ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਲਈ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਦੇ ਰਾਹੀਂ ਜੋ ਸਾਨੂੰ ਦੁਨਿਆਵੀ ਮਨੁੱਖੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਜਪ ਜੀ ਸਾਹਿਬ ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਪਾਏ ਅਮੁੱਲਾ ਸਮਾਹੇ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਨਾਲ ਸਾਂਝ ਪਾਉਂਦੇ ਆ ਰਹੇ ਹੋ। ਹਰ ਗੁਰੂ ਕਾ ਪਿਆਰਾ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨਿਤਨੇਮ ਦੀ ਬਾਣੀਆਂ ਦੇ ਵਿੱਚੋਂ ਦੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਰੋਜ਼ ਸੰਗਤਾਂ ਜਾਪ ਕਰਦੀਆਂ ਨੇ। ਨਿਤ ਦੇ ਨੇਮ ਦੇ ਵਿੱਚ ਅਸੀਂ ਬਾਣੀ ਦਾ ਅਭਿਆਸ ਕਰਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤੀ ਹੋਈ ਇਹ ਪਾਵਨ ਜਪਜੀ ਸਾਹਿਬ ਜੀ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਰੰਭਤਾ ਦੇ ਵਿੱਚ ਹੀ ਆਰੰਭ ਹੁੰਦੀ ਹੈ। ਅੱਜ ਦੇ ਜੋ ਪਾਵਨ ਬਚਨ ਆਪ ਜੀ ਨੇ ਸਰਵਣ ਕੀਤੇ ਨੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਰਮੇਸ਼ਵਰ ਦਾ ਨਾਮ, ਪਰਮੇਸ਼ਵਰ ਦੇ ਗੁਣ ਔਰ ਜਿਹੜਾ ਇਹਨਾਂ ਗੁਣਾਂ ਨੂੰ ਗ੍ਰਹਿਣ ਕਰਨ ਵਾਲਾ ਹੈ ਉਹਦਾ ਜੀਵਨ ਵੀ ਅਮੁੱਲ ਭਾਵ ਮੁੱਲ ਤੋਂ ਰਹਿਤ ਹੋ ਜਾਂਦਾ ਹੈ। ਨਾ ਪਰਮੇਸ਼ਵਰ ਦਾ ਨਾਮ ਕਿਸੇ ਮੁੱਲ ਦੇ ਨਾਲ ਖਰੀਦਿਆ ਜਾ ਸਕਦਾ ਹੈ ਤੇ ਨਾ ਹੀ ਪਰਮੇਸ਼ਵਰ ਦੇ ਨਾਮ ਨਾਲ ਜੁੜਨ ਵਾਲੇ ਨੂੰ ਕਿਸੇ ਮੁੱਲ ਦੇ ਨਾਲ ਖਰੀਦਿਆ ਜਾ ਸਕਦਾ ਹੈ। ਭਾਵ ਉਹਦੀ ਜ਼ਮੀਰ ਨੂੰ ਕਦੇ ਵੀ ਖਰੀਦਿਆ ਨਹੀਂ ਜਾ ਸਕਦਾ ਜਿਹੜਾ ਸੱਚੇ ਨਾਮ ਦੇ ਨਾਲ ਜੁੜਿਆ ਹੈ। ਔਰ ਦੂਸਰੀ ਗੱਲ, ਇਹ ਜੋ ਮਨੁੱਖਾ ਜਨਮ, ਮਨੁੱਖਾ ਦੇਹੀ ਸਾਨੂੰ ਮਿਲੀ ਹੈ, ਅਸੀਂ ਸਰੀਰ ਕਰਕੇ ਵੱਖ-ਵੱਖ ਰੂਪ, ਸਾਡੇ ਚਿਹਰੇ ਵੱਖਰੇ ਵੱਖਰੇ ਹੋ ਸਕਦੇ ਨੇ, ਨਾਮ ਵੱਖਰੇ ਵੱਖਰੇ ਹੋ ਸਕਦੇ ਆ, ਸਾਡੇ ਸ਼ਹਿਰ ਜੋ ਵੱਖਰੇ ਵੱਖਰੇ ਹੋ ਸਕਦੇ ਨੇ, ਅਸੀਂ ਵੱਖ-ਵੱਖ ਧਰਮਾਂ ਦੇ ਹੋ ਸਕਦੇ ਹਾਂ। ਸਾਨੂੰ ਦੁਨੀਆ ਵਿੱਚ ਜਾਤ ਪਾਤ ਬਰਾਦਰੀ ਵਿੱਚ ਵੀ ਵੰਡਿਆ ਜਾ ਸਕਦਾ ਹੈ ਔਰ ਬਾਹਰ ਸਮਾਜਿਕ ਤਲ ਦੇ ਉੱਤੇ ਸਾਡੇ ਵਪਾਰ ਵੀ ਵੱਖਰੇ ਵੱਖਰੇ ਹੋ ਸਕਦੇ ਆ। ਪਰ ਜਦੋਂ ਅਸੀਂ ਆਪਣੇ ਜੀਵਨ ਅੰਦਰ ਝਾਤੀ ਮਾਰਾਂਗੇ ਤਾਂ ਜੋ ਇਸ ਸਰੀਰ ਦੇ ਅੰਦਰ ਉਸ ਮਾਲਕ ਨੇ ਜਿੰਦ ਨੂੰ ਰੱਖਿਆ ਹੈ, ਜਿਉ ਪਾਏ ਪਿੰਡ ਜਿਨ ਸਾਜਿਆ, ਉਸ ਜਿੰਦ ਨੇ ਪਰਮੇਸ਼ਵਰ ਦੇ ਨਾਮ ਦਾ ਖਜ਼ਾਨਾ ਇਕੱਠਾ ਕਰਨਾ ਹੈ। ਪਰ ਉਹ ਨਾਮ ਦਾ ਖਜ਼ਾਨਾ ਇਕੱਠਾ ਕਰਨ ਵਾਸਤੇ ਮਨ ਨੂੰ ਵਣਜਾਰਾ ਬਣਾਇਆ ਹੈ। ਜਾਂ ਇਸ ਤਰ੍ਹਾਂ ਕਹਿ ਲਾਂ ਕਿ ਅਸੀਂ ਬਾਹਰੋਂ ਵੱਖਰੇ ਵੱਖਰੇ ਵਪਾਰੀ ਹੋ ਸਕਦੇ ਹਾਂ। ਕੋਈ ਕੱਪੜੇ ਦਾ,
कोई लोहे का, कोई चांदी का, कोई सोने का, कोई लक्कड़ का, कोई कोले का। बाहरों वक्रे वक्रे व्यापारी ने, पर अंदर जदों असीं वेखांगे ते सारे ही इक्को ही व्यापारी हाँ, वो हाँ परमेश्वर दे नाम दे। पर जदों असीं इस दुनिया दे विच होश संभाली, जो सानू दुनिया दे विच दिखाई दिता, उहदे विच ही साडी सुरत जिहड़ी सी उहदे विच ही अटक गई। असीं ये सोचिया कि मैं बाहरों सोने का व्यापारी बनना, कपड़े का व्यापारी बनना, मैं बाहरों वख वख जिहड़े ये पदार्थ ने, वख वख जिहड़ियां धातां ने, मैं इहदा व्यापारी बनना। पर जिस करके असीं मनुखा जन्म विच आए, वो व्यापार करना जिहड़ा सी साडा मन भुल गया। असीं वणज कुछ करना सी वणजारे बन के, पर असीं बाहरों जिहड़े नाशवंत पदार्थ ने उन्हां दा वणज कर रहे हैं वणजारे बन के। पर जिहदा सारी उम्र जिहदा व्यापार कीता वो नाल नहीं गया, वो इत्थे धरिया दे धराया ही रह गया। इसलिए सानू गुरबाणी राही चेते करवाया गया कि हे मनुख, तू मन दे तल उत्ते परमेश्वर दे नाम दा व्यापार करन वास्ते आया, और ये नाम दा व्यापार करके तू अपनी जिंद तक पहुंचाना है। मन आया किथों है? दो शब्द आपां वरतदे हां, एक लोक ते एक परलोक। मन किथों आया? मन परलोक तो आया। ते आया किथे है? लोक। लोक की है? आ शरीर। ये शरीर लोक है जिथे मन शरीर दे राही व्यापार करन वास्ते आया। आया किथों है? मन तू जोत स्वरूप है अपना मूल पछाण। ये रब्बी जोत, ये परलोक है। ये रब्बी जोत का घर छड्ड के मन शरीर दे तक आया, ताकि इस शरीर दे नाल जुड़ के ये नाम का व्यापार कर सके। नाम का धन, नाम का खजाना, नाम का रस इकट्ठा कर सके। पर हुण मन ने की कीता? लोक विच आके, लोक रंग विच रंग के वो जिहड़ा व्यापार करना सी वो व्यापार करना ही भुल गया, जिहदे करके इहदा मुल भी पै गया, ये वेचिया भी गया, खरीदिया भी गया। मनुख विकदे भी नहीं ते मनुख नूं खरीदिया भी जांदा है। ये तो असी मन सकते हैं भी चलो कपड़ा खरीदिया, कपड़ा जिहड़ा सी वो दिता, कपड़ा लिता, एक वेचण वाला सी, एक खरीदण वाला सी। असी सोना जिहड़ा वो खरीदिया, एक ने खरीदिया, एक ने वेचिया। जिन्ने भी धन पद, जिन्ने भी पदार्थ ने, एक खरीदार हुंदा है ते एक उन्हों वेचण वाला हुंदा है। पर इहदे नाल नाल असीं देखांगे इंसानियत भी विक रही है। इंसानियत नूं भी खरीदिया जा रहा है, इंसान का भी मुल पाया जा रहा है, और उहदा मुल पा के उन्होंने खरीदिया जा रहा। और कई हुक्मरान ते ऐसे आए ने जिथे असीं सुणदे हां भी मंडियां लगदियां ने, उत्थे इंसान दीयां मंडियां भी लगदियां रहीआं। उन्हां मंडियां दे विच इंसानां दा मुल भी पैंदा रहा। इत्थों तक गिरावट आ गई कि इस भारत दी धरती उत्ते साडियां धीआं भैणां भी विकदियां रहीआं। उन्हां नूं टके टके दा मुल जिहड़ा पा के उन्हां नूं वेचिया भी गया ते खरीदिया भी गया। अज भी इंसान दी इंसानियत विक रही है ते खरीदार खरीद रहे ने। जमीर जिहड़ी है विक रही है, उन्हों खरीदण वाले मुल पा के खरीद रहे हैं। पर साहब जी कहते जिन्हें परमेश्वर दे नाम नाल सांझ पा लई ना, उन्होंने कोई खरीद नहीं सकता ते ना वो कदे विक सकता है।
ਜਿਹਨੂੰ ਸਮਝ ਆ ਗਈ ਕਿ ਮੈਂ ਇਹ ਮਨੁੱਖਾ ਜਨਮ ਕਿਸ ਵਾਸਤੇ ਲੈ ਕੇ ਇਸ ਲੋਕ ਦੇ ਵਿੱਚ ਆਇਆ, ਤੇ ਜਦੋਂ ਮੈਂ ਪਰਲੋਕ ਵਿੱਚ ਜਾਣਾ ਤੇ ਕੀ ਮੂੰਹ ਲੈ ਕੇ ਜਾਵਾਂਗਾ। ਗੁਰਬਾਣੀ ਨੇ ਸਾਨੂੰ ਹਲੂਣੇ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਤੂੰ ਆਪਣੇ ਜੀਵਨ ਅੰਦਰ ਝਾਤ ਮਾਰ। ਠੀਕ ਹੈ, ਬਾਹਰੋਂ ਕਿਰਤ ਕਰਨ ਵਾਸਤੇ ਤੂੰ ਵਪਾਰ ਕਰ, ਪਰ ਵਪਾਰ ਵੀ ਤੇਰਾ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਹੋਵੇ ਕਿ ਜਿਹਦੇ ਨਾਲ ਤੇਰਾ ਵੀ ਗੁਜ਼ਾਰਾ ਵਧੀਆ ਹੋ ਜਾਏ। ਕਿਉਂਕਿ ਸਾਹਿਬ ਨੇ ਆਖਿਆ ਦੌਲਤ ਗੁਜ਼ਰਾਨ ਹੈ। ਅਸੀਂ ਵਪਾਰ ਕਰਦੇ ਹਾਂ, ਕੰਮ ਕਾਜ ਕਰਦੇ ਹਾਂ ਦੌਲਤ ਵਾਸਤੇ, ਤਾਂ ਕਿ ਸਾਡਾ ਰਿਜ਼ਕ ਦਾ ਪ੍ਰਬੰਧ, ਪਰਿਵਾਰ ਧੀਆਂ ਪੁੱਤਰਾਂ ਦਾ ਪ੍ਰਬੰਧ ਵਧੀਆ ਚੱਲਦਾ ਰਹੇ। ਪਰ ਸਾਹਿਬ ਕਹਿੰਦੇ ਇੰਨਾ ਵੀ ਨਾ ਗਿਰ ਜਾਈ ਕਿ ਤੂੰ ਨਸ਼ਿਆਂ ਦਾ ਵਪਾਰ ਕਰਨ ਲੱਗ ਜਾਏ, ਤੂੰ ਜ਼ਹਿਰ ਦਾ ਵਪਾਰ ਕਰਨ ਲੱਗ ਜਾਏ। ਵਪਾਰ ਕਰ, ਪਰ ਇਮਾਨਦਾਰੀ ਵਾਲਾ ਕਰ, ਜਿਹਦੇ ਵਿੱਚ ਤੇਰਾ ਵੀ ਭਲਾ ਹੋਵੇ ਤੇ ਦੂਸਰਿਆਂ ਦਾ ਵੀ ਭਲਾ ਹੋਵੇ। ਤੂੰ ਉਹ ਵਪਾਰ ਨਾ ਕਰ ਕਿ ਜਿਹਦੇ ਵਿੱਚ ਸਮਾਜ ਦੇ ਅੰਦਰ ਬੁਰਾਈਆਂ ਵੀ ਪੈਦਾ ਹੋ ਜਾਣ ਔਰ ਜਿਹਦੇ ਕਰਕੇ ਇਹ ਨੌਜਵਾਨੀ ਵੀ ਅੰਦਰੋਂ ਖੋਖਲੀ ਹੋ ਜਾਏ। ਐਸਾ ਵਪਾਰ ਨਹੀਂ ਕਰਨਾ। ਤੇ ਅੰਦਰੋਂ ਅਸੀਂ ਮਨ ਦੇ ਰਾਹੀਂ ਜਿਹੜਾ ਵਪਾਰ ਕਰਨਾ ਹੈ ਉਹ ਹੈ ਪਰਮੇਸ਼ਵਰ ਦੇ ਨਾਮ ਦਾ। ਵਣਜ ਕਰਹੁ ਵਣਜਾਰਿਓ, ਵਖਰ ਲਿਹੋ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾਲ। ਉਹ ਅਸਲ ਵਿੱਚ ਧਨਵੰਤ ਹੁੰਦੇ ਨੇ ਜਿਹੜੇ ਨਾਮ ਦਾ ਵਪਾਰ ਭਾਵ ਨਾਮ ਦੇ ਵਪਾਰੀ ਬਣ ਕੇ ਪਰਮੇਸ਼ਵਰ ਦੇ ਨਾਮ ਨੂੰ ਇਕੱਠਾ ਕਰਦੇ ਆ। ਸਭ ਜੀ ਕਹਿੰਦੇ ਧਨਵੰਤ ਨਾਮ ਕੇ ਵਣਜਾਰੇ। ਉਹ ਵਣਜਾਰੇ ਧਨਵੰਤ ਨੇ। ਜਿਵੇਂ ਆਪਾਂ ਪਿਛਲੀ ਪੌੜੀ ਦੇ ਵਿੱਚ ਵਿਚਾਰਿਆ ਸੀ ਕਿ ਜਿਹਦੇ ਉੱਤੇ ਮਾਲਕ ਨੇ ਨਾਮ ਦੀਆਂ ਬਖਸ਼ਿਸ਼ਾਂ ਕੀਤੀਆਂ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਉਹ ਧਨਵੰਤ ਹੈ, ਜਿਹਨੇ ਨਾਮ ਦਾ ਵਪਾਰ ਮਨ ਰਾਹੀਂ ਕਰਕੇ ਆਪਣੀ ਜਿੰਦ ਤੱਕ ਪਹੁੰਚਾਇਆ। ਅੱਜ ਦੇ ਅੰਮ੍ਰਿਤਮਈ ਬਚਨਾਂ ਵਿੱਚ ਗੁਰੂ ਮਹਾਰਾਜ ਜੀ ਸਮਝਾਉਂਦੇ ਆ। ਸਭ ਕਹਿੰਦੇ ਜਿਹੜੇ ਪਰਮੇਸ਼ਵਰ ਦੇ ਗੁਣ ਨੇ ਨਾ, ਕਿਉਂਕਿ ਗੁਣ ਤਾਂ ਪਰਮੇਸ਼ਵਰ ਕੋਲ ਹੈ, ਸਾਡੇ ਕੋਲ ਤਾਂ ਅਵਗੁਣ ਨੇ। ਜੇ ਸਾਡੇ ਕੋਲ ਗੁਣ ਹੁੰਦੇ ਤੇ ਫਿਰ ਸਾਨੂੰ ਇਹ ਪਰਮੇਸ਼ਵਰ ਦੇ ਗੁਣ ਗ੍ਰਹਿਣ ਕਰਨ ਦੀ ਲੋੜ ਨਹੀਂ ਸੀ, ਸਾਨੂੰ ਨਾਮ ਦੇ ਅਭਿਆਸੀ ਬਣਨ ਦੀ ਲੋੜ ਨਹੀਂ ਸੀ। ਕਿਉਂਕਿ ਸਾਡੇ ਕੋਲ ਗੁਣ ਹੈ, ਪਰ ਨਹੀਂ, ਸਾਡੇ ਕੋਲ ਗੁਣ ਨਹੀਂ, ਅਵਗੁਣ ਨੇ ਸਾਡੇ ਕੋਲ। ਇਸ ਲਈ ਅਸੀਂ ਵਪਾਰ ਕੋਈ ਕਰਨਾ ਸੀ, ਕਰ ਕੋਈ ਰਹੇ ਹਾਂ। ਲਾਹਾ ਅਸੀਂ ਕੋਈ ਲੈਣਾ ਸੀ, ਲਾਹਾ ਅਸੀਂ ਲੈ ਕੋਈ ਹੋਰ ਰਹੇ ਹਾਂ। ਸਭ ਜੀ ਕਹਿੰਦੇ ਕਿਉਂਕਿ ਤੇਰੇ ਕੋਲ ਹੈ ਮਨੁੱਖ ਅਵਗਣੀ ਅਵਗਣ ਨੇ, ਇੱਕ ਵੀ ਗੁਣ ਤੇਰੇ ਪੱਲੇ ਨਹੀਂ ਹੈ। ਤੈਨੂੰ ਇਹ ਰੱਬੀ ਬਾਣੀ ਦੇ ਰਾਹੀਂ ਗੁਣ ਦਿੱਤੇ ਨੇ ਇਕੱਤਰ ਕਰਕੇ, ਤੂੰ ਇਹਨਾਂ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਨਾ ਹੈ। ਇਹ ਗੁਣ ਤੈਨੂੰ ਵਪਾਰ ਵਾਸਤੇ ਦਿੱਤੇ ਨੇ, ਪਰ ਵਪਾਰ ਵੀ ਐਸਾ ਧਰਮ ਦੇ ਵਿੱਚ ਹੋਵੇ ਕਿ ਇਹ ਸਾਡਾ ਧੰਦਾ ਨਾ ਬਣ ਜਾਏ। ਅਸੀਂ ਧਰਮ ਨੂੰ ਧੰਦਾ ਬਣਾ ਕੇ ਨਹੀਂ ਚੱਲਣਾ। ਅਸੀਂ ਆਪਣੀ ਕਿਰਤ ਜਿਹੜੀ ਕਰਨੀ ਹੈ ਉਹ ਧਰਮ ਦੇ ਆਧਾਰ ਤੇ ਇਮਾਨਦਾਰੀ ਵਾਲੀ ਕਰਨੀ ਹੈ। ਕਿਉਂਕਿ ਜਿੱਥੇ ਇਮਾਨਦਾਰੀ ਨਹੀਂ ਹੈ ਉੱਥੇ ਧਰਮ ਵੀ ਨਹੀਂ ਹੈ। ਜਿੱਥੇ ਬੇਈਮਾਨੀ ਹੈ ਉੱਥੇ ਧਰਮ ਨਹੀਂ ਹੈ, ਉੱਥੇ ਧਰਮ ਵਾਲਾ ਗੁਣ ਨਹੀਂ ਹੈ। ਧਰਮ ਵਾਲਾ ਗੁਣ ਉੱਥੇ ਹੈ ਜਿੱਥੇ ਇਮਾਨਦਾਰੀ ਹੈ। ਇਸ ਲਈ ਸਾਹਿਬ ਜੀ ਕਹਿੰਦੇ ਤੂੰ ਜਿਹੜੇ ਗੁਣ ਗ੍ਰਹਿਣ ਕਰਨੇ ਆ ਨਾ ਉਹ ਅਮੁੱਲ ਨੇ, ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ, ਉਹਦਾ ਮੁੱਲ ਨਹੀਂ ਦੱਸਿਆ ਜਾ ਸਕਦਾ, ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਕਈ ਵਾਰੀ ਕੋਈ ਕੀਮਤੀ ਚੀਜ਼ ਹੋਵੇ ਨਾ ਤੇ ਅਸੀਂ ਕਹਿੰਦੇ ਆ ਵੀ ਅੰਦਾਜ਼ਾ ਲਾ ਕੇ ਦੱਸੀ ਹੋਈ ਕਿੰਨੀ ਕੁ ਦੀ ਹੋਏਗੀ, ਤੇ ਜਿੰਨੇ ਵੀ ਹੁੰਦੇ ਆ ਉਹ ਸਾਰੇ ਆਪੋ ਆਪਣਾ ਅੰਦਾਜ਼ਾ ਲਾਉਂਦੇ ਆ ਵੀ ਇਹਦਾ ਮੁੱਲ ਇੰਨਾ ਹੋਏਗਾ, ਇਹਦਾ ਇੰਨਾ ਹੋਏਗਾ।
ਇਹਦਾ ਮੁੱਲ ਇੰਨਾ ਹੋਏਗਾ। ਪਰ ਜਿਹੜਾ ਪਰਮੇਸ਼ਵਰ ਦੇ ਨਾਮ ਵਿੱਚ ਗੁਣ ਹੈ ਉਹਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਉਹ ਅਮੁੱਲ ਹੈ, ਮੁੱਲ ਤੋਂ ਰਹਿਤ ਹੈ। ਉਹਦਾ ਮੁੱਲ ਵੀ ਜਿਹੜਾ ਹੈ ਉਹ ਨਹੀਂ ਤੈਅ ਕੀਤਾ ਜਾ ਸਕਦਾ। ਇਸ ਲਈ ਕਹਿ ਰਹੇ ਹਾਂ ਅਮੁੱਲ ਗੁਣ ਅਮੁੱਲ ਵਪਾਰ। ਜਿਹੜੇ ਅਸੀਂ ਸ਼ੁਭ ਗੁਣ ਦਾ ਵਪਾਰ ਕਰਨਾ, ਆਪਾਂ ਗੁਰੂ ਦੁਆਰੇ ਆਏ ਆ, ਇਹ ਮਨ ਦਾ ਵਪਾਰ ਹੈ, ਇਹ ਤਨ ਦਾ ਵਪਾਰ ਨਹੀਂ। ਜਿਹੜਾ ਆਪਾਂ ਵਪਾਰ ਕਰਨਾ ਹੈ ਉਹ ਮਨ ਦੇ ਰਾਹੀਂ ਹੋਣਾ ਹੈ, ਉਹ ਤਨ ਦੇ ਰਾਹੀਂ ਨਹੀਂ ਹੋਣਾ। ਇਸ ਲਈ ਸਭ ਕਹਿੰਦੇ ਜਿਹੜਾ ਵਪਾਰ ਤੁਸੀਂ ਸ਼ੁਭ ਗੁਣਾਂ ਦਾ ਕਰਨਾ ਹੈ ਨਾ, ਉਹ ਵਪਾਰ ਅਮੁੱਲ, ਜਿਹਦਾ ਮੁੱਲ ਨਹੀਂ ਦੱਸਿਆ ਜਾ ਸਕਦਾ। ਅਮੁੱਲ ਵਪਾਰੀਏ ਅਮੁੱਲ ਭੰਡਾਰ। ਵਪਾਰੀਏ ਜਿਹੜੇ ਵਪਾਰ ਕਰਨ ਵਾਲੇ ਗੁਰਮੁਖ ਜਨ, ਜਿਹੜੇ ਗੁਰਮੁਖ ਸ਼ੁਭ ਗੁਣ ਗ੍ਰਹਿਣ ਕਰਕੇ ਨਾਮ ਦਾ ਵਪਾਰ ਕਰਨ ਵਾਲੇ ਨੇ, ਉਹ ਵੀ ਅਮੁੱਲ ਨੇ, ਉਹਨਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਜਿਹੜਾ ਵਾਕਈ ਗੁਰਮੁਖ ਹੈ ਨਾ, ਗੁਰੂ ਚਰਨਾਂ ਨਾਲ ਜੁੜ ਕੇ ਨਾਮ ਦਾ ਵਪਾਰ ਕਰਨ ਵਾਲਾ, ਨਾਮ ਦੇ ਵਿੱਚੋਂ ਗੁਣ ਇਕੱਠੇ ਕਰਨ ਵਾਲਾ, ਉਹ ਜਿਹੜਾ ਵਪਾਰੀ ਹੈ ਉਹਨੂੰ ਵੀ ਖਰੀਦਿਆ ਨਹੀਂ ਜਾ ਸਕਦਾ, ਉਹਦਾ ਵੀ ਮੁੱਲ ਨਹੀਂ ਪਾਇਆ ਜਾ ਸਕਦਾ। ਇਤਿਹਾਸ ਗਵਾਹ ਹੈ ਕਿ ਜਿਹੜੇ ਗੁਰੂ ਚਰਨਾਂ ਵਿੱਚ ਜੁੜ ਕੇ ਨਾਮ ਦੇ ਵਪਾਰੀ ਬਣੇ ਨੇ, ਉਹਨਾਂ ਨੂੰ ਖਰੀਦਣ ਦਾ ਯਤਨ ਬਹੁਤ ਕੀਤਾ ਗਿਆ। ਬੜੇ ਤਸੀਹੇ ਦੇ ਕੇ, ਦੁੱਖ ਦੇ ਕੇ ਉਹਨਾਂ ਨੂੰ ਖਰੀਦਣ ਦਾ ਯਤਨ ਕੀਤਾ ਗਿਆ, ਪਰ ਉਹਨਾਂ ਨੇ ਆਪਣੇ ਬੰਦ ਤਾਂ ਕਟਾ ਲਏ, ਉਹਨਾਂ ਆਪਣੇ ਖੋਪਰੀਆਂ ਤਾਂ ਲੁਹਾ ਲਈਆਂ, ਉਹਨਾਂ ਆਪਣੇ ਆਪ ਨੂੰ ਚਰਖੜੀ ਤੇ ਤਾਂ ਚੜਾ ਲਿਆ, ਉਹਨਾਂ ਨੇ ਆਪਣਾ ਆਪਾ ਕੁਰਬਾਨ ਤਾਂ ਕਰ ਦਿੱਤਾ, ਪਰ ਉਹ ਵਿਕ ਨਹੀਂ ਸਕੇ, ਉਹਨਾਂ ਨੂੰ ਕੋਈ ਖਰੀਦ ਨਹੀਂ ਸਕਿਆ, ਉਹਨਾਂ ਦਾ ਮੁੱਲ ਜਿਹੜਾ ਸੀ ਉਹ ਕੋਈ ਦੇ ਨਹੀਂ ਸਕਿਆ। ਜਿੰਨੇ ਵੀ ਆਪਾਂ ਸ਼ਹਾਦਤਾਂ ਦੇ ਜਾਮ ਪੀਣ ਵਾਲੇ ਗੁਰਮੁਖਾਂ ਦਾ ਇਤਿਹਾਸ ਪੜ੍ਹਾਂਗੇ, ਗੁਰੂ ਕੇ ਪਿਆਰਿਆਂ ਦਾ, ਉਹਨਾਂ ਨੂੰ ਖਰੀਦਣ ਦਾ ਕਿੰਨਾ ਯਤਨ ਕੀਤਾ ਗਿਆ ਕਿ ਤੁਸੀਂ ਆਹ ਜਿਹੜਾ ਧਰਮ ਹੈ ਇਹਨੂੰ ਛੱਡ ਦਿਓ, ਗੁਰੂ ਦਾ ਪੱਲਾ ਛੱਡ ਦਿਓ, ਸਿੱਖੀ ਦਾ ਪੱਲਾ ਛੱਡ ਦਿਓ, ਤੁਸੀਂ ਸਾਡਾ ਧਰਮ ਜਿਹੜਾ ਕਬੂਲ ਕਰ ਲਓ, ਜੋ ਕਹੋਗੇ ਅਸੀਂ ਤੁਹਾਨੂੰ ਦੇਣ ਨੂੰ ਤਿਆਰ ਹਾਂ। ਪਰ ਉਹਨਾਂ ਨੇ ਖੋਪਰ ਲਵਾਉਣਾ ਮਨਜ਼ੂਰ ਕਰ ਲਿਆ, ਪਰ ਉਹਨਾਂ ਆਖਿਆ ਅਸੀਂ ਸਿੱਖੀ ਦਾ ਮੁੱਲ ਨਹੀਂ ਪਾਉਣਾ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਜ਼ਰੂਰ ਲਵਾਂਗੇ, ਪਰ ਅਸੀਂ ਇਹਦਾ ਮੁੱਲ ਪਾ ਕੇ ਵਿਕ ਨਹੀਂ ਸਕਦੇ। ਅੱਜ ਅਸੀਂ ਕਮਜ਼ੋਰ ਹੋ ਗਏ ਹਾਂ, ਮੈਨੂੰ ਮਾਫ ਕਰਨਾ। ਅੱਜ ਸਾਡੀ 2-2 ਟਕੇ ਤੇ ਜ਼ਮੀਰ ਵਿਕ ਜਾਂਦੀ ਹੈ। ਅੱਜ ਸਾਨੂੰ ਲੋਭ ਲਾਲਚ ਜਿਹੜਾ ਉਹ ਦਿੱਤਾ ਜਾਂਦਾ ਹੈ, ਤੇ ਦੇਖਿਆ ਹੈ ਕਿ 2-2 ਆਟੇ ਦੀਆਂ ਥੈਲੀਆਂ ਪਿੱਛੇ ਵੀ ਕਈ ਵਾਰੀ ਪਰਿਵਾਰ ਦਾ ਪਰਿਵਾਰ ਵੀ ਵਿਕ ਜਾਂਦਾ ਹੈ। ਇੱਕ ਉਹ ਨੇ ਜਿਹੜੇ ਬੰਦ ਕਟਾ ਕੇ ਵੀ ਨਹੀਂ ਵਿਕਦੇ, ਜਿਨ੍ਹਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਇੱਕ ਉਹ ਨੇ ਜਿਨ੍ਹਾਂ ਨੂੰ 2 ਟਕੇ ਜਿਹੜੇ ਆ ਉਹਨਾਂ ਦੀ ਚਮਕ ਦਿਖਾਈ, ਡੁੱਲ ਗਏ, ਵਿਕ ਗਏ ਉਹ। ਤੇ ਜਿਹੜਾ ਵਿਕ ਜਾਂਦਾ ਹੈ ਉਹ ਗੁਲਾਮ ਹੋ ਜਾਂਦਾ ਹੈ, ਜਿਹੜਾ ਨਹੀਂ ਵਿਕਦਾ ਉਹ ਕਦੇ ਗੁਲਾਮ ਨਹੀਂ ਹੁੰਦਾ। ਜਿਹੜਾ ਵਿਕ ਗਿਆ ਉਹ ਗੁਲਾਮ ਹੈ, ਉਹਨੇ ਗੁਲਾਮੀ ਜਿਹੜੀਆਂ ਨੇ ਉਹਦੀਆਂ ਜੰਜੀਰਾਂ ਆਪਣੇ ਪੈਰ ਵਿੱਚ ਆਪ ਹੀ ਪਾ ਲਈਆਂ, ਗੁਲਾਮੀ ਦੀ ਫਾਹੀ ਉਹਨੇ ਆਪਣੇ ਗਲ ਆਪ ਪਾ ਲਈ, ਜਿਹੜਾ ਵਿਕ ਗਿਆ। ਔਰ ਜਿਹੜਾ ਨਹੀਂ ਵਿਕਿਆ ਉਹ ਆਜ਼ਾਦ ਹੈ, ਕਿਉਂਕਿ ਉਹ ਉਸ ਮਾਲਕ ਦੇ ਘਰ ਦਾ ਗੋਲਾ ਬਣਦਾ ਹੈ, ਉਹ ਦੁਨੀਆ ਦਾ ਗੋਲਾ ਨਹੀਂ ਬਣਦਾ। ਇਹ ਕਾਰਨ ਹੈ ਕਿ ਸਿੱਖ ਰਾਜ ਜਿਹੜਾ ਉਹ ਕਾਇਮ ਹੋਇਆ ਇਸ ਧਰਤੀ ਦੇ ਉੱਤੇ, ਔਰ ਦੂਰ ਤੱਕ ਸਿੱਖਾਂ ਦਾ ਬੋਲਬਾਲਾ ਹੈ। ਜਦੋਂ ਬੰਦਾ ਸਿੰਘ ਬਹਾਦਰ ਆਉਂਦਾ ਹੈ, ਮਹਾਰਾਜਾ ਰਣਜੀਤ ਸਿੰਘ ਵੇਲੇ, ਪਰ ਇਹ ਫਿਰ ਘਟਦਾ ਕਿਉਂ ਘਟਿਆ? ਕਿਉਂਕਿ ਉਹਨਾਂ ਵਿੱਚੋਂ ਗਦਾਰੀ ਕਰਨ ਵਾਲੇ ਵਿਕ ਗਏ। ਜਦੋਂ ਉਹਨਾਂ ਦੇ ਵਿੱਚੋਂ ਹੀ ਗਦਾਰੀ ਕਰਨ ਵਾਲੇ ਵਿਕ ਗਏ, ਉਹ ਜਿਹੜੇ ਵਿਕ ਗਏ ਉਹਨਾਂ ਦਾ ਨੁਕਸਾਨ ਭੁਗਤਣਾ ਪਿਆ।
ਔਰ ਜਿਹੜੇ ਨਹੀਂ ਸੀ ਵਿਕੇ ਉਹਨਾਂ ਨੂੰ ਆਪਾਂ ਰੋਜ਼ ਚੇਤੇ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚੀਰੇ ਗਏ। ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਉਹ ਨਹੀਂ ਵਿਕੇ, ਉਹਨਾਂ ਦਾ ਮੁੱਲ ਨਹੀਂ ਤੈਅ ਹੋਇਆ, ਉਹ ਉਹਨਾਂ ਦਾ ਮੁੱਲ ਨਹੀਂ ਜਿਹੜਾ ਉਹ ਪਾਇਆ ਜਾ ਸਕਿਆ। ਇਸ ਲਈ ਉਹਨਾਂ ਨੂੰ ਅਸੀਂ ਹਰ ਰੋਜ਼ ਅਰਦਾਸ ਵਿੱਚ ਚੇਤੇ ਕਰਦੇ ਹਾਂ, ਉਹਨਾਂ ਦਾ ਧਿਆਨ ਆਪਾਂ ਰੋਜ਼ ਧਰਦੇ ਹਾਂ। ਸੂਬਾ ਸਰਹੰਦ ਦੀ ਕਚਹਿਰੀ ਵਿੱਚ ਸਾਹਿਬਜ਼ਾਦਿਆਂ ਨੂੰ ਕਿਹੜਾ ਲਾਲਚ ਹੈ ਜਿਹੜਾ ਨਹੀਂ ਦਿੱਤਾ ਗਿਆ? ਸਾਹਿਬਜ਼ਾਦਿਆਂ ਨੂੰ ਖਰੀਦਣ ਦੀ ਹਰ ਕੋਸ਼ਿਸ਼ ਕੀਤੀ ਗਈ ਵੀ ਕਿਸੇ ਤਰ੍ਹਾਂ ਦੀ ਇਹ ਖਰੀਦੇ ਜਾਣ, ਇਹਨਾਂ ਦਾ ਮੁੱਲ ਜਿਹੜਾ ਉਹ ਪੈ ਜਾਏ ਕਿ ਅਸੀਂ ਰੌਲਾ ਪਾ ਦਿਆਂਗੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਜਿਹੜੇ ਨੇ ਇਹ ਵਿਕ ਗਏ, ਇਹਨਾਂ ਦਾ ਮੁੱਲ ਪੈ ਗਿਆ, ਇਹ ਖਰੀਦੇ ਗਏ। ਉਹਨਾਂ ਆਖਿਆ, ਨੀਹਾਂ ਦੇ ਵਿੱਚ ਦੀਵਾਰ ਵਿੱਚ ਜਿਉਂਦੇ ਚਿੰਨਣ ਵਾਸਤੇ ਤਿਆਰ ਹਾਂ, ਭੁੱਖਣ ਭਾਣੇ ਰਹਿਣ ਵਾਸਤੇ ਤਿਆਰ ਹਾਂ, ਹਰ ਦੁੱਖ ਝੱਲਣ ਵਾਸਤੇ ਤਿਆਰ ਹਾਂ, ਪਰ ਸੂਬਾ ਸਰਹੰਦ ਇੱਕ ਗੱਲ ਧਿਆਨ ਰੱਖੀ, ਤੇਰੇ ਅੱਗੇ ਵਿਕਣ ਨੂੰ ਤਿਆਰ ਨਹੀਂ ਹਾਂ ਅਸੀਂ, ਤੂੰ ਸਾਡਾ ਮੁੱਲ ਨਹੀਂ ਪਾ ਸਕਦਾ ਤੇ ਨਾ ਹੀ ਤੇਰੇ ਕੋਲ ਇੰਨੀ ਕੀਮਤ ਹੈ ਜੋ ਤੂੰ ਅਦਾ ਕਰ ਸਕਦਾ ਹੈ। ਹਰ ਪ੍ਰਕਾਰ ਦਾ ਲਾਲਚ ਉਹਨਾਂ ਨੂੰ ਦਿੱਤਾ ਗਿਆ। ਜੇ ਉਹ ਦੁਨੀਆ ਦੇ ਵਪਾਰੀ ਹੁੰਦੇ ਤੇ ਫਿਰ ਵਿਕ ਜਾਂਦੇ, ਪਰ ਨਹੀਂ, ਉਹ ਨਾਮ ਦੇ ਵਪਾਰੀ ਸਨ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆ, ਜਿਹੜੇ ਗੁਣ ਨੇ ਨਾ ਪਰਮੇਸ਼ਵਰ ਦੇ, ਉਹ ਵੀ ਅਮੁੱਲ ਨੇ, ਔਰ ਜਿਹੜੇ ਗੁਣਾਂ ਦੇ ਆਧਾਰ ਤੇ ਵਪਾਰ ਕਰਨਾ ਉਹ ਵੀ ਅਮੁੱਲ ਹੈ। ਔਰ ਜਿਹੜੇ ਇਹਦਾ ਵਪਾਰ ਕਰਨ ਵਾਲੇ ਵਪਾਰੀਏ ਨੇ ਉਹ ਵੀ ਅਮੁੱਲ ਨੇ। ਔਰ ਜਿਹਦੇ ਵਿੱਚੋਂ ਦੀ ਇਹ ਗੁਣ ਲੈ ਕੇ ਵਪਾਰ ਕਰਨਾ ਹੈ ਉਹਨੂੰ ਕਹਿੰਦੇ ਭੰਡਾਰ। ਭੰਡਾਰ ਦਾ ਅਰਥ ਹੁੰਦਾ ਹੈ ਖਜ਼ਾਨਾ, ਉਹ ਖਜ਼ਾਨਾ ਵੀ ਅਮੁੱਲ ਹੈ। ਉਸ ਦਾ ਮੁੱਲ ਜਿਹੜਾ ਉਹ ਪਾਇਆ ਹੀ ਨਹੀਂ ਜਾ ਸਕਦਾ, ਮੁੱਲ ਅੰਦਾਜ਼ਾ ਲਾਇਆ ਹੀ ਨਹੀਂ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਕੀ ਹੈ? ਖਜ਼ਾਨਾ ਹੈ, ਸ਼ੁਭ ਗੁਣਾਂ ਨਾਲ ਭਰਪੂਰ ਹੈ। ਨਾ ਅਸੀਂ ਇੱਕ ਪੰਗਤੀ ਜਾਂ ਮੁੱਲ ਦੇ ਸਕਦੇ ਹਾਂ, ਨਾ ਇੱਕ ਸ਼ਬਦ ਦਾ ਮੁੱਲ ਦੇ ਸਕਦੇ ਹਾਂ, ਤੇ ਨਾ ਪੂਰੇ ਦੇ ਪੂਰੇ ਭੰਡਾਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਖਜ਼ਾਨਾ ਹੈ, ਨਾ ਅਸੀਂ ਪੂਰੇ ਗੁਰੂ ਦਾ ਜਿਹੜਾ ਇਹਦਾ ਮੁੱਲ ਦੇ ਸਕਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਵੀ ਖਰੀਦਣ ਦਾ ਯਤਨ ਕੀਤਾ ਗਿਆ ਕਿ ਤੁਸੀਂ ਸਾਡੀ ਗੱਲ ਮੰਨ ਲਓ, ਸਾਡਾ ਧਰਮ ਕਬੂਲ ਲਓ, ਜੋ ਚਾਹੋਗੇ ਤੁਹਾਨੂੰ ਦੇਵਾਂਗੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਵੀ ਇਹ ਯਤਨ ਕੀਤਾ ਗਿਆ ਤੇ ਨਾ ਗੁਰੂ ਸਾਹਿਬ ਡੋਲੇ ਨੇ ਤੇ ਨਾ ਗੁਰੂ ਕੇ ਪਿਆਰੇ ਡੋਲੇ ਨੇ। ਤਾਂ ਹੀ ਆਖਿਆ ਸੀ ਧੰਨ ਗੁਰੂ ਪਿਆਰੇ। ਗੁਰੂ ਵੀ ਧੰਨ ਹੈ ਤੇ ਗੁਰੂ ਦੇ ਪਿਆਰੇ ਵੀ ਧੰਨ ਨੇ, ਜਿਹੜੇ ਸ਼ਹਾਦਤਾਂ ਦਾ ਜਾਮ ਪੀਣ ਨੂੰ ਤਿਆਰ ਨੇ ਪਰ ਵਿਕਣ ਨੂੰ ਤਿਆਰ ਨਹੀਂ। ਇਸ ਲਈ ਸਾਹਿਬ ਜੀ ਕਹਿੰਦੇ ਉਹ ਖਜ਼ਾਨਾ ਵੀ ਅਮੁੱਲ ਹੈ ਜਿਹਦਾ ਮੁੱਲ ਨਹੀਂ ਪਾਇਆ ਜਾ ਸਕਦਾ, ਜਿਹਦਾ ਅੰਦਾਜ਼ਾ ਜਿਹੜਾ ਉਹ ਨਹੀਂ ਲਾਇਆ ਜਾ ਸਕਦਾ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਐ ਮੁੱਲ ਭੰਡਾਰ। ਅਮੁੱਲ ਆਵਹਿ ਅਮੁੱਲ ਲੈ ਜਾਹੇ। ਜਿਹੜੇ ਆ ਰਹੇ ਨੇ ਨਾ ਸ਼ੁਭ ਗੁਣ ਲੈਣ ਵਾਸਤੇ, ਉਹ ਵੀ ਅਮੁੱਲ ਨੇ, ਉਹ ਵੀ ਗੁਰਮੁਖ। ਕਿਉਂਕਿ ਜਿਹੜੇ ਗੁਣ ਲੈਣ ਆ ਰਹੇ ਨੇ ਉਹ ਗੁਰਮੁਖ ਨੇ, ਮਨਮੁਖ ਕਦੇ ਗੁਣ ਲੈਣ ਨਹੀਂ ਆਉਂਦਾ। ਮਨਮੁਖ ਕਦੇ ਵੀ ਨਾਮ ਦਾ ਰਸ ਲੈਣ ਨਹੀਂ ਆਉਂਦਾ, ਮਨਮੁਖ ਕਦੇ ਕੀਰਤਨ ਨਹੀਂ ਸੁਣਨ ਆਉਂਦਾ, ਮਨਮੁਖ ਕਦੇ ਵੀ ਗੁਰਮਤਿ ਵਿਚਾਰਾਂ ਸੁਣਨ ਵਾਸਤੇ, ਗੁਰੂ ਦਾ ਹੁਕਮ ਸੁਣਨ ਵਾਸਤੇ ਨਹੀਂ ਆਉਂਦਾ। ਮਨਮੁਖ ਆਪਣਾ ਰਸ ਲੈਣ ਵਾਸਤੇ ਆਉਂਦਾ ਹੈ। ਜਿਹੜੇ ਆਉਂਦੇ ਨੇ ਉਹ ਗੁਰਮੁਖ ਨੇ। ਗੁਰਮੁਖ ਲਾਹਾ ਲੈ ਗਏ ਮਨਮੁਖ, ਚੱਲੇ ਮੂਲ ਗਵਾਏ। ਜੀ ਉਹ ਮਨਮੁਖ ਤੇ ਮੂਲ ਗਵਾ ਕੇ ਜਾਂਦਾ ਹੈ, ਪਰ ਲਾਹਾ ਕੌਣ ਲੈਂਦਾ ਹੈ? ਜਿਹੜੇ ਗੁਰਮੁਖ ਹੁੰਦੇ ਨੇ। ਜਿਹੜੇ ਇੱਥੇ ਨਾਮ ਵਿੱਚੋਂ ਗੁਣ ਲੈਣ ਆਏ ਨੇ, ਸਾਹਿਬ ਜੀ ਕਹਿੰਦੇ ਨੇ ਉਹ ਆਉਣ ਵਾਲੇ ਵੀ ਅਮੁੱਲ ਨੇ। ਉਹਨਾਂ ਨੂੰ ਵੀ ਕੋਈ ਲੋਭ ਲਾਲਚ ਦੇ ਕੇ ਉਹਨਾਂ ਨੂੰ ਵੀ ਰਸਤੇ ਤੋਂ ਖੁੰਝਾਇਆ ਨਹੀਂ ਜਾ ਸਕਦਾ।
ਜਿਹੜੇ ਆਪਣੇ ਘਰ ਤੋਂ ਤੁਰੇ ਨੇ ਵੀ ਗੁਰਦੁਆਰੇ ਜਾਣਾ ਔਰ ਨਾਮ ਦਾ ਵਪਾਰ ਕਰਕੇ ਸ਼ੁਭ ਗੁਣ ਇਕੱਠੇ ਕਰਨੇ ਆ। ਉਹਨਾਂ ਨੂੰ ਰਾਹ ਵਿੱਚ ਕੋਈ ਮਿਲ ਕੇ ਕਹੇ ਵੀ ਛੱਡ ਗੁਰਦੁਆਰੇ ਕੀ ਜਾਣਾ, ਤੂੰ ਮੇਰੇ ਨਾਲ ਫਲਾਣੀ ਥਾਂ ਤੇ ਚੱਲ, ਉਹ ਫਿਰ ਕਦੇ ਨਹੀਂ ਜਾਂਦੇ। ਉਹ ਕਹਿੰਦੇ ਨਹੀਂ, ਅਸੀਂ ਤਾਂ ਗੁਰੂ ਦੇ ਦਰ ਤੇ ਹੀ ਜਾਣਾ ਹੈ। ਕੋਈ ਲੋਭ ਲਾਲਚ ਉਹਨਾਂ ਨੂੰ ਰਾਹ ਵਿੱਚ ਦਿੱਤਾ ਜਾਏ ਤੇ ਉਹ ਆਪਣਾ ਰਾਹ ਨਹੀਂ ਛੱਡਦੇ, ਤੇ ਜਿਹੜੇ ਰਾਹ ਛੱਡਦੇ ਨੇ ਉਹ ਗੁਰਮੁਖ ਨਹੀਂ ਹੁੰਦੇ। ਜਿਹੜੇ ਘਰੋਂ ਤੁਰੇ ਸੀ ਗੁਰੂ ਸਾਹਿਬ ਦੇ ਦਰ ਤੇ ਆਉਣ ਲਈ, ਰਾਹ ਵਿੱਚ ਬਦਲ ਗਿਆ ਰਸਤਾ, ਰਾਹ ਵਿੱਚ ਲੋਭ ਲਾਲਚ ਮਿਲ ਗਿਆ ਤੇ ਰਸਤਾ ਬਦਲ ਗਿਆ, ਉਹ ਗੁਰਮੁਖ ਨਹੀਂ, ਉਹ ਮਨਮੁਖ ਸਨ। ਇਸ ਲਈ ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਅਮੁੱਲ ਆਵਹਿ ਅਮੁੱਲ ਲੈ ਜਾਹੇ। ਉਹ ਜਿਹੜੇ ਨਾਮ ਦਾ ਖਜ਼ਾਨਾ ਲੈ ਕੇ ਜਾਂਦੇ ਨੇ ਨਾ, ਉਹ ਵੀ ਅਮੁੱਲ ਨੇ। ਉਹਨਾਂ ਦੀ ਵੀ ਜ਼ਮੀਰ ਦਾ, ਇਨਸਾਨੀਅਤ ਦਾ, ਮਨੁੱਖਤਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਉਹਨਾਂ ਦੀ ਵੀ ਕੀਮਤ ਜਿਹੜੀ ਹੈ ਉਹ ਦੱਸੀ ਨਹੀਂ ਜਾ ਸਕਦੀ, ਕਿਉਂਕਿ ਉਹ ਕਿਸੇ ਵੀ ਪ੍ਰਕਾਰ ਵਿਕਦੇ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹ ਦੁਨੀਆ ਨੂੰ ਹੋਕਾ ਦੇ ਕੇ ਸਮਝਾਉਣ ਦਾ ਯਤਨ ਕਰ ਰਹੇ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਵੇਲੇ ਇਸ ਅਸਥਾਨ ਤੇ ਰਾਤਰੀ ਦੇ ਵਿੱਚ ਰਾਤ ਦੇ ਦੀਵਾਨਾਂ 'ਚ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਆਰੰਭ ਹੋਇਆ ਹੈ। ਤੇ ਉਹਦੇ ਵਿੱਚ ਵੀ ਜ਼ਿਕਰ ਆਏਗਾ ਕਿ ਜਿਹੜੇ ਧਰਮੀ ਲੋਕ ਸੀ ਉਹ ਗੁਰੂ ਨਾਨਕ ਸਾਹਿਬ ਦੇ ਵੇਲੇ ਵਿਕ ਚੁੱਕੇ ਸਨ। ਕਾਜੀ ਵੀ ਵਿਕ ਗਿਆ, ਬਾਹਮਣ ਵੀ ਵਿਕ ਗਿਆ, ਔਰ ਜੋਗੀ ਜਿਹੜਾ ਸੀ ਉਹ ਵੀ ਵਿਕ ਗਿਆ। ਜਿਨ੍ਹਾਂ ਨੇ ਧਰਮ ਦੇ ਰਾਹ ਉੱਤੇ ਤੁਰ ਕੇ ਹੋਰਨਾਂ ਨੂੰ ਤੋਰਨਾ ਸੀ ਨਾ, ਉਹ ਤਿੰਨੇ ਉਜਾੜੇ ਕਾ ਬੰਦ ਬਣ ਗਏ। ਉਹ ਤਿੰਨੇ ਹੀ ਵੀੜੇ ਸੀ, ਉਹ ਵਿਕ ਗਏ। ਤੇ ਜੇ ਤਿੰਨੇ ਹੀ ਵਿਕ ਗਏ ਤੇ ਧਰਮ ਕਿੱਥੇ ਕਾਇਮ ਰਹਿਣਾ ਸੀ, ਮਰਿਆਦਾ ਕਿੱਥੇ ਕਾਇਮ ਰਹਿਣੀ ਸੀ। ਮਰਿਆਦਾ ਧਰਮ ਉੱਥੇ ਹੀ ਕਾਇਮ ਰਹਿੰਦੀ ਹੈ ਜਿੱਥੇ ਕੋਈ ਧਰਮੀ ਪੁਰਸ਼ ਵਿਕਦਾ ਨਹੀਂ ਹੈ। ਅੱਜ ਵੀ ਬੜਿਆਂ ਨੂੰ ਖਰੀਦਣ ਦਾ ਯਤਨ ਕੀਤਾ ਜਾ ਰਿਹਾ ਹੈ, ਇਸ ਕਰਕੇ ਕਿ ਗੁਰਬਾਣੀ ਨੂੰ ਬਦਲਿਆ ਜਾ ਸਕੇ, ਇਤਿਹਾਸ ਨੂੰ ਬਦਲਿਆ ਜਾ ਸਕੇ। ਪਰ ਸਤਿਗੁਰੂ ਮਿਹਰ ਕਰਨ, ਸਾਡੀਆਂ ਜ਼ਮੀਰਾਂ ਜਿਹੜੀਆਂ ਇਹ ਜਾਗਦੀਆਂ ਰਹਿਣ, ਇਹ ਕਦੀ ਵਿਕਣ ਨਾ। ਇੱਥੇ ਮਹਾਰਾਜ ਜੀ ਕਹਿ ਰਹੇ ਨੇ, ਕਹਿਣ ਲੱਗੇ ਉਹ ਜਿਹੜਾ ਆਉਣ ਵਾਲਾ ਹੈ ਉਹ ਵੀ ਅਮੁੱਲ ਹੈ, ਤੇ ਜਿਹੜਾ ਲੈ ਕੇ ਜਾਣ ਵਾਲਾ ਹੈ ਉਹ ਵੀ ਅਮੁੱਲ ਹੈ। ਜਿਹੜੇ ਪਰਮੇਸ਼ਵਰ ਦੇ ਆ ਸ਼ੁਭ ਗੁਣ ਨੂੰ ਗੁਰੂ ਚਰਨਾਂ ਦੇ ਵਿੱਚ ਆ ਕੇ ਇਕੱਠਾ ਕਰਦੇ ਨੇ, ਔਰ ਆਉਣ ਵਾਲੇ ਦੀ ਔਰ ਲੈ ਕੇ ਜਾਣ ਵਾਲੇ, ਨਾਮ ਦਾ ਸੌਦਾ ਲੈਣ ਜਿਹੜੇ ਆਏ ਨੇ ਉਹ ਵੀ, ਔਰ ਜਿਹੜਾ ਨਾਮ ਦਾ ਸੌਦਾ ਲੈ ਕੇ ਜਾਣ ਵਾਲੇ ਨੇ ਉਹ ਵੀ ਅਮੁੱਲ ਨੇ। ਉਹਨਾਂ ਦਾ ਮੁੱਲ ਨਹੀਂ ਦਿੱਤਾ ਜਾ ਸਕਦਾ, ਉਹਨਾਂ ਨੂੰ ਕਿਸੇ ਕੀਮਤ ਤੇ ਖਰੀਦਿਆ ਨਹੀਂ ਜਾ ਸਕਦਾ। ਅਮੁੱਲ ਪਾਏ ਅਮੁੱਲਾ ਸਮਾਹੇ। ਸਾਹਿਬ ਜੀ ਕਹਿੰਦੇ ਨੇ ਅਮੁੱਲ ਭਾਏ, ਭਾਏ ਦਾ ਅਰਥ ਹੈ ਭਾਵਨਾ, ਪ੍ਰੇਮ। ਭਾਏ ਦੇ ਈੜੀ ਨੂੰ ਸਿਹਾਰੀ ਲੱਗੀ ਹੋਈ ਹੈ, ਭਾਵਨਾ ਵਿੱਚ, ਪ੍ਰੇਮ ਵਿੱਚ। ਜਿਹੜੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਪ੍ਰੇਮ ਵਿੱਚ ਜੁੜਦੇ ਨੇ ਉਹ ਵੀ ਅਮੁੱਲ ਨੇ। ਜਿਹੜਾ ਪ੍ਰੇਮ ਹੈ ਨਾ, ਪ੍ਰੇਮ, ਇਹਨੂੰ ਵੀ ਖਰੀਦਿਆ ਨਹੀਂ ਜਾ ਸਕਦਾ, ਇਹਦਾ ਵੀ ਮੁੱਲ ਨਹੀਂ ਦਿੱਤਾ ਜਾ ਸਕਦਾ। ਕਈ ਵਾਰ ਆਪ ਜੀ ਦੇ ਨਾਲ ਸਾਂਝ ਪਾਈ ਕਿ ਇੱਕ ਬੱਚਾ ਜਵਾਨ ਹੋ ਗਿਆ, ਵਧੀਆ 4 ਪੈਸੇ ਕਮਾਉਣ ਲੱਗ ਪਿਆ। ਜਦੋਂ ਇਹ ਹਾਈ ਸੁਸਾਇਟੀ ਵਿੱਚ ਉੱਠਣਾ ਬੈਠਣਾ, 4 ਪੈਸੇ ਜੇਬ ਵਿੱਚ ਆ ਗਏ ਤੇ ਘਰ ਆ ਕੇ ਮਾਂ-ਬਾਪ ਨੂੰ ਕਹੇ ਵੀ ਦੱਸੋ ਤੁਸੀਂ ਮੈਨੂੰ ਇੰਨੇ ਸਾਲ ਪਿਆਰ ਆਪਣਾ ਦਿੱਤਾ ਹੈ, ਜਨਮ ਤੋਂ ਲੈ ਕੇ ਹੁਣ ਤੱਕ, ਉਹਦਾ ਮੁੱਲ ਦੱਸੋ ਕੀ ਹੈ, ਮੈਂ ਤੁਹਾਨੂੰ ਮੁੱਲ ਦੇਣ ਨੂੰ ਤਿਆਰ ਹਾਂ। ਤੇ ਮਾਂ-ਬਾਪ ਕੀ ਕਹਿਣਗੇ? ਉਹ ਕਹਿਣਗੇ ਪੁੱਤਰਾ 4 ਪੈਸੇ ਆਪਣੀ ਜੇਬ ਵਿੱਚ ਰੱਖ, ਕਿਉਂਕਿ ਜਿਹੜਾ ਪਿਆਰ ਤੈਨੂੰ ਅਸੀਂ ਦਿੱਤਾ ਉਹਦਾ ਮੁੱਲ ਨਹੀਂ ਤੂੰ ਦੇ ਸਕਦਾ, ਉਹਦਾ ਮੁੱਲ ਨਹੀਂ ਦਿੱਤਾ ਜਾ ਸਕਦਾ। ਇਹ ਪ੍ਰੇਮ, ਇਹ ਪਿਆਰ ਜਿਹੜਾ ਇਹਨੂੰ ਖਰੀਦਿਆ ਵੀ ਨਹੀਂ ਜਾ ਸਕਦਾ, ਔਰ ਇਹਦੀ ਕੀਮਤ ਵੀ ਨਹੀਂ ਲਾਈ ਜਾ ਸਕਦੀ। ਜਿੱਥੇ ਪ੍ਰੇਮ ਦੀ ਕੀਮਤ ਲੱਗ ਜਾਏ ਉਹ ਪ੍ਰੇਮ ਨਹੀਂ ਹੁੰਦਾ, ਉਹਨੂੰ ਪ੍ਰੇਮ ਨਹੀਂ ਕਹਿੰਦੇ। ਜਿੱਥੇ ਉਹਦਾ ਮੁੱਲ ਤੈਅ ਹੋ ਜਾਏ,
ਇੱਥੇ ਤਾਂ ਸਾਨੂੰ ਸਿਖਾਇਆ ਵੀ ਪ੍ਰੇਮ ਵਿੱਚ ਕੁਰਬਾਨ ਹੋਣਾ ਹੈ, ਤੁਸੀਂ ਵਿਕਣਾ ਨਹੀਂ ਹੈ। ਜਾਓ ਤਉ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਪਾਣ ਨਾ ਕੀਜੈ। ਇਸ ਲਈ ਸਾਹਿਬ ਜੀ ਕਹਿੰਦੇ ਨੇ ਕਿ ਭਾਏ ਪ੍ਰੇਮ ਵਿੱਚ ਜਿਹੜੇ ਹੁਣ ਰਹਿੰਦੇ ਨੇ ਉਹ ਵੀ ਅਮੁੱਲ ਨੇ, ਉਹਨਾਂ ਦਾ ਮੁੱਲ ਵੀ ਨਹੀਂ ਪਾਇਆ ਜਾ ਸਕਦਾ। ਔਰ ਜਿਹੜੇ ਸਮਾਹੇ, ਜਿਹੜੇ ਉਹਦੇ ਵਿੱਚ ਲੀਨ ਹੋ ਗਏ, ਸਮਾ ਗਏ, ਕਿਉਂਕਿ ਸਮਾਉਣਗੇ ਉਹੀ ਜਿਨ੍ਹਾਂ ਵਿੱਚ ਪ੍ਰੇਮ ਹੋਏਗਾ। ਨਫ਼ਰਤ ਵਾਲੇ ਤਾਂ ਵਾਹਿਗੁਰੂ ਵਿੱਚ ਸਮਾਉਂਦੇ ਨਹੀਂ, ਈਰਖਾ ਨਾਲ ਭਰੇ ਹੋਏ ਤਾਂ ਸਮਾਉਂਦੇ ਨਹੀਂ। ਕਿਹੜੇ ਸਮਾਉਂਦੇ ਨੇ? ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਜਿਹਨੇ ਪ੍ਰੇਮ ਕੀਤਾ ਉਹਨੇ ਪ੍ਰਭ ਨੂੰ ਪਾਇਆ, ਉਹ ਸਮਾ ਗਿਆ, ਉਸ ਮਾਲਕ ਦੇ ਵਿੱਚ ਲੀਨ ਹੋ ਗਿਆ। ਇਸ ਲਈ ਜਿਹੜੇ ਸਮਾਏ ਨੇ ਉਹ ਵੀ ਅਮੁੱਲ ਨੇ, ਉਹਨਾਂ ਦਾ ਵੀ ਮੁੱਲ ਨਹੀਂ ਤੈਅ ਕੀਤਾ ਜਾ ਸਕਦਾ, ਉਹਨਾਂ ਦੀ ਵੀ ਕੀਮਤ ਜਿਹੜੀ ਆ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ। ਹੁਣ ਜਿਹੜੇ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਜਾਂ ਜਿੱਥੇ ਜਿੱਥੇ ਤੱਕ ਵੀ ਕੋਈ ਬੈਠ ਕੇ ਸੁਣ ਰਿਹਾ ਹੈ, ਦੇਸ਼ ਹੈ ਭਾਵੇਂ ਵਿਦੇਸ਼ ਹੈ, ਜਦੋਂ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦਿਆਂ ਹੋਇਆਂ ਇਹ 26 ਨੰਬਰ ਪੌੜੀ ਦਾ ਪਾਠ ਕਰੋ, ਤਾਂ ਪਹਿਲਾਂ ਸਾਹਿਬ ਨੇ ਆਖਿਆ ਅਮੁੱਲ। ਉਸ ਅਮੁੱਲ ਦਾ ਜਿਹੜਾ ਲੱਲਾ ਅੱਖਰ ਹੈ ਮੁਕਤਾ ਹੈ। ਇਸ ਲਈ ਸਾਹਿਬ ਕਹਿੰਦੇ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਇੱਥੇ ਤੱਕ ਜਿਹੜਾ ਉਹ ਲੱਲਾ ਅੱਖਰ ਮੁਕਤਾ ਹੈ। ਉਹ ਤਾਂ ਗੱਲ ਕੀਤੀ ਸੀ ਜਿਹੜਾ ਗੁਣ ਨੇ ਉਹ ਅਮੁੱਲ ਨੇ, ਬਹੁਤਿਆਂ ਦੀ ਗੱਲ। ਜਿਹੜੇ ਉਹਨੂੰ ਗ੍ਰਹਿਣ ਕਰਨ ਵਾਲੇ ਉਹ ਵੀ ਅਮੁੱਲ ਨੇ, ਜਿਹੜੇ ਵਪਾਰ ਕਰਨ ਵਾਲੇ ਵਪਾਰੀ ਉਹ ਵੀ ਅਮੁੱਲ ਨੇ, ਉਹਦੇ ਵਿੱਚ ਲੀਨ ਹੋ ਜਾਣ ਵਾਲੇ ਉਹ ਵੀ ਅਮੁੱਲ ਨੇ। ਹੁਣ ਅੱਗੇ ਜਿਹੜਾ ਸਾਹਿਬ ਜੀ ਨੇ ਉਚਾਰਨ ਕੀਤਾ ਨਾ ਅਮੁੱਲ, ਉਹਦੇ ਲੱਲੇ ਅੱਖਰ ਥੱਲੇ ਔਂਕੜ ਹੈ। ਹੁਣ ਇੱਥੇ ਗੱਲ ਆ ਗਈ ਪਰਮੇਸ਼ਵਰ ਦੀ। ਕਹਿੰਦੇ ਜਿਹੜਾ ਪਰਮੇਸ਼ਵਰ ਦਾ ਬਣਾਇਆ ਹੋਇਆ ਧਰਮ ਹੈ, ਧਰਮ ਦਾ ਅਰਥ ਹੁੰਦਾ ਨਿਯਮ, ਰੂਲ, ਮਰਿਆਦਾ। ਇੱਕ ਤੇ ਆਪਣੀ ਆਪਣੀ ਮਰਿਆਦਾ ਸਾਰਿਆਂ ਨੇ ਬਣਾਈ ਹੋਈ ਹੈ। ਆਪਣੇ ਆਪਣੇ ਤਲ ਤੇ, ਸੰਸਾਰੀ ਤਲ ਤੇ ਅਸੀਂ ਵੇਖਾਂਗੇ ਹਰ ਇੱਕ ਦੇ ਆਪਣੇ ਆਪਣੇ ਰੂਲ ਨੇ, ਆਪਣੀ ਆਪਣੀ ਮਰਿਆਦਾ। ਜਿੰਨੇ ਧਰਮ ਨੇ ਉਨੀ ਮਰਿਆਦਾ, ਜਿੰਨੇ ਧਰਮ ਨੇ ਉਨੇ ਰੂਲ, ਉਨੇ ਨਿਯਮ ਨੇ। ਪਰ ਜੋ ਪਰਮੇਸ਼ਵਰ ਨੇ ਨਿਯਮ ਬਣਾਇਆ ਨਾ, ਇਹ ਵੀ ਧਿਆਨ ਰੱਖਿਓ, ਜਿਹੜਾ ਅਸੀਂ ਬਣਾਇਆ ਹੈ ਉਹ ਨਿਯਮ ਨੂੰ ਤੋੜ ਕੇ ਅਸੀਂ ਵਿਕ ਵੀ ਸਕਦੇ ਹਾਂ। ਸਾਨੂੰ ਕੋਈ ਆ ਕੇ ਖਰੀਦ ਵੀ ਸਕਦਾ, ਨਿਯਮ ਬਦਲੇ ਵੀ ਜਾ ਸਕਦੇ ਨੇ, ਕਿਉਂਕਿ ਜਿਹੜਾ ਵਿਕ ਗਿਆ ਉਹਦੇ ਨਿਯਮ ਵੀ ਬਦਲ ਜਾਣਗੇ, ਉਹਦਾ ਜਿਹੜਾ ਉਹ ਰੂਲ ਵੀ ਬਦਲ ਜਾਏਗਾ। ਹੁਣ ਜਿਹਨੇ ਖਰੀਦ ਲਿਆ ਉਹ ਫਿਰ ਆਪਣੇ ਤਰੀਕੇ ਦੇ ਨਾਲ ਉਹ ਨਿਯਮ ਬਣਾਏਗਾ, ਤੇ ਜਿਹੜਾ ਵਿਕ ਗਿਆ ਉਹਦਾ ਨਿਯਮ ਖਤਮ। ਦੁਨੀਆ ਦੇ ਵਿੱਚ ਜਿਹੜੇ ਧਰਮੀ ਨੇ ਇਸੇ ਕਰਕੇ ਬੇਨਤੀ ਕੀਤੀ ਵੀ ਬਹੁਤ ਲੋਕ ਐਸੇ ਨੇ ਜਿਹੜੇ ਚਾਹੁੰਦੇ ਨੇ ਕਿ ਸਾਡੀ ਜਿਹੜੀ ਧਰਮ, ਜਿਹੜੀ ਸਾਡੀ ਰਹਿਤ ਮਰਿਆਦਾ ਹੈ, ਉਹ ਰਹਿਤ ਮਰਿਆਦਾ ਨੂੰ ਵੀ ਵੱਖ-ਵੱਖ ਕਰਕੇ ਤੇ ਖਰੀਦ ਲਿਆ ਜਾਏ, ਤਾਂ ਕਿ ਕੱਲ ਨੂੰ ਅਸਲ ਮਰਿਆਦਾ ਕਿਸੇ ਨੂੰ ਪਤਾ ਹੀ ਨਾ ਹੋਵੇ। ਪਰ ਅੱਜ ਵੀ ਉਹ ਮੌਜੂਦ ਨੇ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਤੇ ਜਿਨ੍ਹਾਂ ਦਾ ਮੁੱਲ ਨਹੀਂ ਦਿੱਤਾ ਜਾ ਸਕਦਾ। ਇੱਥੇ ਇੱਕ ਗੱਲ ਦਾ ਧਿਆਨ ਰੱਖਿਓ ਵੀ ਇਹ ਜਿਹੜਾ ਹੁਣ ਧਰਮ ਹੈ ਨਾ, ਨਿਯਮ, ਇਹ ਅਸੀਂ ਤੁਸੀਂ ਨਹੀਂ ਬਣਾਇਆ। ਇਹ ਧਰਮ ਬਣਾਉਣ ਵਾਲਾ ਆਪ ਪਰਮੇਸ਼ਰ, ਕੁਦਰਤ ਦਾ ਨਿਯਮ। ਅਸੀਂ ਕੁਦਰਤ ਨਾਲ ਖਿਲਵਾੜ ਤਾਂ ਕਰ ਸਕਦੇ ਹਾਂ, ਪਰ ਜੋ ਕੁਦਰਤ ਦਾ ਨਿਯਮ ਪਰਮੇਸ਼ਵਰ ਨੇ ਬਣਾਇਆ ਉਹਨੂੰ ਅਸੀਂ ਬਦਲ ਨਹੀਂ ਸਕਦੇ, ਉਸ ਨਿਯਮ ਨੂੰ ਅਸੀਂ ਤੋੜ ਨਹੀਂ ਸਕਦੇ, ਉਸ ਨਿਯਮ ਨੂੰ ਅਸੀਂ ਖਰੀਦ ਨਹੀਂ ਸਕਦੇ ਹਾਂ, ਕਿਉਂਕਿ ਪਰਮੇਸ਼ਵਰ ਦਾ ਬਣਾਇਆ ਹੋਇਆ। ਇਸ ਲਈ ਇੱਥੇ ਗੱਲ ਹੁਣ ਪਰਮੇਸ਼ਵਰ ਦੀ ਹੈ। ਕਹਿੰਦੇ ਅਮੁੱਲ ਧਰਮ, ਜਿਹੜਾ ਪਰਮੇਸ਼ਵਰ ਦਾ ਬਣਾਇਆ ਹੋਇਆ ਕਾਨੂੰਨ ਹੈ। ਆ ਦੁਨੀਆ ਦਾ ਕਾਨੂੰਨ ਤਾਂ ਵਿਕ ਵੀ ਜਾਂਦਾ ਹੈ, ਮਾਫ ਕਰਨਾ। ਬਾਹਰ ਜਿਹੜਾ ਕਾਨੂੰਨ ਹੈ, ਜਿਹੜਾ ਨਿਯਮ ਹੈ,
ਜਿਹੜੇ ਰੂਲ ਨੇ ਉਹਨਾਂ ਨੂੰ ਜਿਹੜੇ ਚਲਾਉਣ ਵਾਲੇ ਨੇ, ਬਣਾਉਣ ਵਾਲੇ, ਕਈ ਵਾਰੀ ਵਿਕ ਜਾਂਦੇ ਨੇ। ਉਹ ਬੜਾ ਕੁਝ ਹੁੰਦਾ ਹੈ ਸਮਾਜ ਦੇ ਵਿੱਚ, ਪਰ ਜਿਹੜਾ ਕਾਨੂੰਨ ਪਰਮੇਸ਼ਵਰ ਨੇ ਬਣਾਇਆ ਉਹਨੂੰ ਨਹੀਂ ਕੋਈ ਬਦਲ ਸਕਦਾ। ਕਿਉਂ? ਕਿਉਂਕਿ ਉਹਦਾ ਕੋਈ ਮੁੱਲ ਨਹੀਂ ਦੇ ਸਕਦਾ। ਉਹ ਅਮੋਲਕ ਹੈ। ਪਰਮੇਸ਼ਵਰ ਦਾ ਬਣਾਇਆ ਹੋਇਆ ਕਾਨੂੰਨ ਜਿਹੜਾ ਅਮੋਲਕ ਹੈ। ਔਰ ਉਹਦਾ ਜਿਹੜਾ ਸਾਹਿਬ ਜੀ ਅੱਗੇ ਜ਼ਿਕਰ ਕਰਦੇ ਆ, ਦੀਵਾਨ ਦਾ ਨਾਣਾ ਹੈ, ਨੰਨਾ ਨਹੀਂ ਹੈ, ਕਿਉਂਕਿ ਅੱਖਰ ਨਾਲ ਵੀ ਅਰਥ ਬਦਲ ਜਾਣਗੇ। ਕਈ ਵਾਰ ਬੰਦਾ ਕਹਿ ਦਿੰਦਾ ਵੀ ਇੱਕ ਲਾਮ ਤੇ ਦੋ ਲਾਮ ਦਾ ਜਿਹੜਾ ਉਚਾਰਨ ਹੈ, ਜੇ ਆਪਾਂ ਏ ਵੀ ਪੜ੍ਹੀ, ਕਿਉਂਕਿ ਏ ਤੇ ਐ ਦਾ ਫਰਕ ਹੈ ਨਾ, ਤੇ ਬੰਦਾ ਕਹਿੰਦਾ ਕੋਈ ਨਹੀਂ, ਜੇ ਏ ਹੀ ਪੜ੍ਹੀ ਜਾਵਾਂਗੇ ਤੇ ਕੀ ਫਰਕ ਹੈ, ਪੜ੍ਹਨਾ ਹੀ ਹੈ। ਪਰ ਕੁਝ ਸ਼ਬਦ ਐਸੇ ਨੇ ਜਿਨ੍ਹਾਂ ਦਾ ਉਚਾਰਨ ਵਿੱਚ ਫਰਕ ਪਏਗਾ ਤੇ ਅਰਥ ਵੀ ਬਦਲ ਜਾਣਗੇ। ਜਿਸ ਤਰ੍ਹਾਂ ਮੈਲ ਦੋ ਲਾਵਾਂ ਨੇ ਨਾ, ਤੇ ਜੇ ਇੱਕ ਲਾਉਂਗੇ ਤੇ ਕੀ ਬਣੇਗਾ, ਮੇਲ। ਹੁਣ ਮੈਲ ਤੇ ਮੇਲ ਵਿੱਚ ਬੜਾ ਫਰਕ ਹੈ। ਅਸੀਂ ਤੇ ਕਹਿ ਦਾਂਗੇ ਕੋਈ ਨਹੀਂ ਜੀ, ਇਹ ਨਹੀਂ ਕਿਹਾ, ਐ ਨਹੀਂ ਕਿਹਾ, ਤੇ ਕੀ ਫਰਕ ਪੈਣਾ ਹੈ, ਪਰ ਇੱਥੇ ਮੈਲ ਤੇ ਮੇਲ ਵਿੱਚ ਫਰਕ ਪੈ ਜਾਣਾ ਹੈ। ਇੱਕ ਲੱਲਾ ਭਾਰਾ ਕਰਕੇ ਬੋਲਣਾ, ਇੱਕ ਹਲਕਾ ਕਰਕੇ ਬੋਲਣਾ ਹੈ। ਲਿਖਣ ਵਿੱਚ ਸੇਮ ਹੈ, ਕਾਲਾ ਕਾਲਾ, ਲਾਲਾ ਲਾਲਾ। ਹੁਣ ਦੇਖਣ ਵਿੱਚ ਤਾਂ ਸੇਮ ਹੀ ਹੈ, ਪਰ ਇੱਕ ਨੂੰ ਲਾਲਾ ਔਰ ਇੱਕ ਨੂੰ ਲਾਲਾ। ਲਾਲਾ ਦਾ ਅਰਥ ਹੋਰ ਹੈ ਤੇ ਲਾਲਾ ਦਾ ਅਰਥ ਹੋਰ ਹੈ। ਇਸੇ ਤਰ੍ਹਾਂ ਨੰਨਾ ਔਰ ਨਾਣਾ, ਇਹਦੇ ਵਿੱਚ ਵੀ ਅਰਥਾਂ 'ਚ ਫਰਕ ਪੈ ਜਾਏਗਾ। ਇੱਥੇ ਸਾਹਿਬ ਜੀ ਨੇ ਜਿਹੜਾ ਦੀਵਾਨ ਇੱਥੇ ਵਰਤਿਆ ਨਾਣਾ, ਇਹਦਾ ਅਰਥ ਹੈ ਕਚਹਿਰੀ, ਰੱਬ ਦੀ ਕਚਹਿਰੀ, ਬੰਦੇ ਦੀ ਬਣਾਈ ਹੋਈ ਕਚਹਿਰੀ ਨਹੀਂ, ਕਿਉਂਕਿ ਬੰਦੇ ਦੀ ਕਚਹਿਰੀ ਵਿੱਚ ਵੀ ਮੁੱਲ ਪੈਂਦਾ ਹੈ। ਬੰਦੇ ਦੀ ਕਚਹਿਰੀ ਦੇ ਬਣਾਈ ਹੋਈ ਕਚਹਿਰੀ ਵਿੱਚ ਵੀ ਮੁੱਲ ਪੈ ਜਾਂਦਾ ਹੈ। ਗਵਾਹ ਦਾ ਮੁੱਲ ਪੈ ਜਾਂਦਾ ਹੈ, ਵਕੀਲ ਦਾ ਮੁੱਲ ਪੈ ਜਾਂਦਾ ਹੈ, ਜੱਜ ਦਾ ਵੀ ਮੁੱਲ ਪੈ ਜਾਂਦਾ ਹੈ। ਉੱਥੇ ਕੌਣ ਹੈ ਜਿਹਦਾ ਮੁੱਲ ਨਹੀਂ ਪੈਂਦਾ? ਪਰ ਇਹ ਵੀ ਨਹੀਂ ਕਿ ਇਮਾਨਦਾਰੀ ਖਤਮ ਹੋ ਗਈ ਹੈ, ਇਮਾਨਦਾਰੀ ਵੀ ਹੈ, ਪਰ ਬਣਾਈ ਹੋਈ ਕਚਹਿਰੀ ਵਿੱਚ ਸਾਰਿਆਂ ਦਾ ਮੁੱਲ ਪੈ ਜਾਂਦਾ ਹੈ, ਵਿਕ ਜਾਂਦੇ ਆ। ਪਰ ਜਿਹੜੀ ਕਚਹਿਰੀ ਮਾਲਕ ਨੇ ਬਣਾਈ ਹੈ ਨਾ, ਉਹਦਾ ਮੁੱਲ ਨਹੀਂ ਹੈ ਕੋਈ, ਉਹਦਾ ਮੁੱਲ, ਉਹ ਅਮੋਲਕ ਹੈ। ਉੱਥੇ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ, ਤਾਂ ਹੀ ਤੇ ਉਹਦਾ ਫੈਸਲਾ ਬਦਲਿਆ ਨਹੀਂ ਜਾ ਸਕਦਾ। ਬਾਹਰ ਦੇ ਫੈਸਲੇ ਬਦਲ ਜਾਂਦੇ ਆ, ਜਿਹਦੇ ਹੱਕ ਵਿੱਚ ਫੈਸਲਾ ਸੁਣਾਉਣਾ ਉਹਦੇ ਹੱਕ ਵਿੱਚ ਫੈਸਲਾ ਹੁੰਦਾ ਨਹੀਂ, ਉਹ ਵਿਚਾਰਾ ਕੁਰਲਾਉਂਦਾ ਤੜਪਦਾ ਰਹਿ ਜਾਂਦਾ ਹੈ। ਉਹ ਗੇੜੇ ਮਾਰਦਾ ਮਾਰਦਾ ਜ਼ਿੰਦਗੀ ਦਾ ਸਫ਼ਰ ਮੁਕਾ ਬੈਠਦਾ ਹੈ, ਪਰ ਉਹਦਾ ਫੈਸਲਾ ਕੋਈ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਕਿਉਂਕਿ ਉਹ ਕਚਹਿਰੀ ਵਿੱਚ ਵਿਕੇ ਹੋਏ ਨੇ, ਉੱਥੇ ਇਨਸਾਫ ਨਹੀਂ ਮਿਲਦਾ। ਪਰ ਜਿਹੜੀ ਮਾਲਕ ਦੀ ਬਣਾਈ ਹੋਈ ਕਚਹਿਰੀ ਹੈ ਨਾ, ਉੱਥੇ ਕੋਈ ਵਿਕ ਨਹੀਂ ਸਕਦਾ, ਕਿਸੇ ਨੂੰ ਖਰੀਦਿਆ ਨਹੀਂ ਜਾ ਸਕਦਾ। ਕਿਉਂ? ਕਿਉਂਕਿ ਉਹ ਅਮੋਲਕ ਹੈ, ਉੱਥੇ ਉਹਦਾ ਮੁੱਲ ਦਿੱਤਾ ਹੀ ਨਹੀਂ ਜਾ ਸਕਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਅਮੁੱਲ ਧਰਮ ਅਮੁੱਲ ਦੀਵਾਨ। ਪਰਮੇਸ਼ਵਰ ਦਾ ਬਣਾਇਆ ਹੋਇਆ ਨਿਯਮ, ਉਹਦਾ ਕਾਨੂੰਨ ਅਮੁੱਲ, ਜਿਹਦਾ ਕੋਈ ਮੁੱਲ ਨਹੀਂ, ਜਿਹਦੀ ਕੀਮਤ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਅਮੁੱਲ ਦੀਵਾਨ, ਉਹਦੀ ਜਿਹੜੀ ਕਚਹਿਰੀ, ਜਿੱਥੇ ਫੈਸਲੇ ਹੁੰਦੇ ਆ ਸਾਡੇ ਕਰਮਾਂ ਦੇ, ਜਿੱਥੇ ਨਵੇੜਾ ਹੁੰਦਾ ਹੈ ਸਾਡੇ ਕਰਮਾਂ ਦਾ, ਜਿੱਥੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਉੱਥੇ ਵੀ ਕਹਿੰਦੇ ਕੋਈ ਉਹਦਾ ਮੁੱਲ ਨਹੀਂ ਦੇ ਸਕਦਾ। ਉਹ ਅਮੋਲਕ ਹੈ ਜੀ। ਅਮੁੱਲ ਤੁਲ ਅਮੁੱਲ ਪ੍ਰਵਾਣ। ਸਾਹਿਬ ਜੀ ਕਹਿੰਦੇ ਅਮੁੱਲ ਤੁਲ, ਤੱਤੇ ਨੂੰ ਵੀ ਔਂਕੜ ਹੈ ਤੇ ਲੱਲੇ ਨੂੰ ਵੀ ਔਂਕੜ ਹੈ। ਇਹਦਾ ਅਰਥ ਹੈ ਤੋਲਣ ਵਾਲੀ ਤਕੜੀ। ਤੁਲ ਦਾ ਅਰਥ ਵੈਸੇ ਬਰਾਬਰ ਵੀ ਹੁੰਦਾ, ਵੀ ਇਹਦੇ ਤੁਲ ਕੌਣ ਹੈ, ਉਹਦਾ ਅਰਥ ਹੁੰਦਾ ਬਰਾਬਰ, ਵੀ ਇਹਦੀ ਬਰਾਬਰੀ ਕਰਨ ਵਾਲਾ ਕੌਣ ਹੈ। ਪਰ ਇੱਥੇ ਤੁਲ ਦਾ ਅਰਥ ਹੈ ਤੋਲਣ ਵਾਲੀ ਤਕੜੀ। ਉਹ ਵੀ ਅਮੋਲਕ। ਬਾਹਰ ਦੀ ਤਕੜੀ ਵੀ ਵਿਕ ਜਾਂਦੀ ਹੈ, ਮਾਫ ਕਰਨਾ। ਬਾਹਰ ਜਿਹੜਾ ਤੋਲਣ ਵਾਲਾ ਹੈ, ਉਹ ਤੋਲਣ ਵਾਲਾ ਜਿਹੜਾ ਉਹ ਵੀ ਵਿਕ ਜਾਂਦਾ ਹੈ। ਉਹ ਵੱਧ ਤੋਲਦਾ ਹੈ, ਘੱਟ ਤੋਲਦਾ ਹੈ, ਫਰਕ ਰੱਖ ਕੇ ਤੋਲਦਾ ਹੈ, ਮਾੜਾ ਤੋਲਦਾ ਹੈ, ਚੰਗਾ ਤੋਲਦਾ ਹੈ। ਪਰ ਜਿਹੜੀ ਮਾਲਕ ਦੇ ਹੱਥ ਦੇ ਵਿੱਚ ਤਕੜੀ ਹੈ ਨਾ, ਸਾਡੇ ਕਰਮ ਜਿਹਦੇ ਵਿੱਚ ਤੋਲੇ, ਸਾਡਾ ਜੀਵਨ ਜਿਹਦੇ ਵਿੱਚ ਤੋਲਿਆ ਜਾਣਾ,
ਉਹ ਅਮੁੱਲ ਹੈ, ਉਹਦਾ ਵੀ ਮੁੱਲ ਨਹੀਂ ਦਿੱਤਾ ਜਾ ਸਕਦਾ। ਉਹਦੀ ਕੀਮਤ ਦਾ ਅੰਦਾਜ਼ਾ ਕੋਈ ਦੁਨੀਆ ਵਿੱਚ ਸ਼ਾਹੂਕਾਰ ਐਸਾ ਨਹੀਂ ਜਿਹੜਾ ਉਹ ਜਿਹਦੀ ਤਕੜੀ ਦੇ ਵਿੱਚ ਪਰਮੇਸ਼ਵਰ ਦੀ ਜਿਹੜੀ ਤਕੜੀ ਉਹਦੇ 'ਚ ਜਿਹੜਾ ਸਾਡਾ ਲੇਖਾ ਜੋਖਾ ਹਿਸਾਬ ਕਿਤਾਬ ਤੋਲਿਆ ਜਾਣਾ ਉਹਨੂੰ ਕੋਈ ਮੁੱਲ ਦੇ ਕੇ ਖਰੀਦ ਸਕੇ। ਸਾਹਿਬ ਕਹਿੰਦੇ ਨਹੀਂ, ਅਮੁੱਲ ਅਮੋਲਕ ਹੈ ਉਹ। ਅਮੁੱਲ ਪਰਵਾਨ, ਇੱਥੇ ਪਰਵਾਨ ਫਿਰ ਨਾਲ ਆਪ ਜੀ ਨਾਲ ਸਾਂਝ ਪਾ ਰਿਹਾ, ਕਿਉਂਕਿ ਇਹ ਬਾਣੀ ਸਾਡੀ ਜਪਜੀ ਸਾਹਿਬ ਹਰ ਇੱਕ ਕੋਈ ਪ੍ਰਾਣੀ ਇਹਦੇ ਨਾਲ ਜੁੜਿਆ ਹੋਇਆ ਹੈ। ਇੱਥੇ ਵੀ ਨੰਨਾ ਨਹੀਂ ਨਾਣਾ ਹੈ, ਇਹਦਾ ਅਰਥ ਹੈ ਪਰਵਾਨ ਦਾ ਅਰਥ ਹੈ ਕਿ ਜਿਹੜੇ ਤਕੜੀ ਦੇ ਇੱਕ ਪਾਸੇ ਵੱਟੇ ਪਾਏ ਜਾਂਦੇ ਨੇ, ਉਹ ਵੱਟੇ ਵੀ ਅਮੋਲਕ ਨੇ, ਉਹਨਾਂ ਨੂੰ ਵੀ ਖਰੀਦਿਆ ਨਹੀਂ ਜਾ ਸਕਦਾ, ਉਹਦਾ ਵੀ ਮੁੱਲ ਨਹੀਂ ਦਿੱਤਾ ਜਾ ਸਕਦਾ ਹੈ। ਵੀ ਚਲੋ ਜੇ ਜਿਹੜੇ ਹੱਥ ਵਿੱਚ ਤਕੜੀ ਹੈ ਉਹ ਆਪ ਹੀ, ਕਿਉਂਕਿ ਗੰਡਾ ਵੀ ਉਹ ਆਪ ਹੈ, ਤਰਾਜੂ ਵੀ ਉਹ ਆਪ ਹੈ, ਤੋਲਣ ਵਾਲਾ ਵੀ ਆਪ ਹੈ। ਇਸ ਲਈ ਹੁਣ ਜਿਹਦੇ ਹੱਥ ਵਿੱਚ ਉਹ ਤਕੜੀ ਹੈ ਉਹਨੂੰ ਤੇ ਖਰੀਦਿਆ ਨਹੀਂ ਜਾ ਸਕਦਾ। ਤੇ ਬੰਦਾ ਕਹਿੰਦਾ ਇਦਾਂ ਕਰੋ, ਜਿਹੜੇ ਵੱਟੇ ਰੱਖ ਕੇ ਤੋਲਣੇ ਉਹ ਵੱਟੇ ਹੀ ਖਰੀਦ ਲਈਏ, ਸ਼ਾਇਦ ਸਾਡੇ ਗੁਣ ਘੱਟ ਆ ਜਾਣ, ਸਾਡੇ ਅਵਗੁਣ ਘੱਟ ਆ ਜਾਣ, ਸਾਡੀਆਂ ਬੁਰਾਈਆਂ ਘੱਟ ਆ ਜਾਣ। ਸਾਡੀਆਂ ਬੁਰਾਈਆਂ ਸਾਡੇ ਅਵਗੁਣ ਜਿਹੜੇ ਨੇ ਉਹ ਉੱਥੇ ਤੋਲ ਵਿੱਚ ਆਉਣੀ ਕੋਈ ਨਾ। ਨਹੀਂ, ਸਾਹਿਬ ਕਹਿੰਦੇ ਉਹਦਾ ਜਿਹੜਾ ਤੋਲਣ ਵਾਲਾ ਵੱਟਾ ਹੈ ਨਾ ਉਹ ਵੀ ਪੂਰੇ ਦਾ ਪੂਰਾ ਹੈ ਤੇ ਉਹਦਾ ਵੀ ਕੋਈ ਮੁੱਲ ਨਹੀਂ ਦੇ ਸਕਦਾ, ਉਹਨੂੰ ਵੀ ਖਰੀਦਿਆ ਨਹੀਂ ਜਾ ਸਕਦਾ। ਜਿਹਦੀ ਇਨਸਾਫ ਦੀ ਤਕੜੀ ਕਹਿੰਦੇ ਆ, ਜਿਹੜੀ ਪਰਮੇਸ਼ਵਰ ਦੇ ਹੱਥ ਵਿੱਚ ਹੈ, ਕਿਸੇ ਬੰਦੇ ਦੇ ਹੱਥ ਵਿੱਚ ਨਹੀਂ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਅਮੁੱਲ ਹੈ ਉਹ ਤੋਲਣ ਵਾਲੀ ਤਕੜੀ, ਔਰ ਅਮੁੱਲ ਹੈ ਜਿਹੜਾ ਉਹਦਾ ਪੈਮਾਨਾ ਹੈ ਜਿਹਦੇ ਨਾਲ ਤੋਲਿਆ ਜਾ ਸਕਦਾ ਹੈ, ਉਹ ਵੀ ਅਮੋਲਕ ਹੈ, ਜਿਹਦੇ ਮੁੱਲ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਪ੍ਰਮਾਣ। ਪਰਮੇਸ਼ਵਰ ਦੀ ਬਖਸ਼ਿਸ਼ ਵੀ ਅਮੁੱਲ ਹੈ। ਫਿਰ ਬੇਨਤੀ ਕਰਕੇ ਚੱਲਾਂ, ਤੁਸੀਂ ਜਦੋਂ ਜਪਜੀ ਸਾਹਿਬ ਦਾ ਪਾਠ ਕਰੋ, ਹੁਣ ਜਿਹੜਾ ਅਮੁੱਲ ਵਰਤ ਰਹੇ ਆ ਉਹਦੇ ਲੱਲਾ ਜਿਹੜਾ ਅੱਖਰ ਉਹਦੀ ਔਂਕੜ ਨਾਲ ਚੱਲ ਰਹੀ ਹੈ, ਉਹ ਪਰਮੇਸ਼ਵਰ ਲਈ ਹੈ। ਇਹ ਅਰਥ ਕਿ ਜਿਹੜਾ ਪਰਮੇਸ਼ਵਰ ਹੈ ਉਹਦੀ ਜਿਹੜੀ ਬਖਸ਼ਿਸ਼ ਹੈ ਉਹ ਵੀ ਅਮੁੱਲ ਹੈ, ਉਹਦੀ ਬਖਸ਼ਿਸ਼ ਨੂੰ ਵੀ ਖਰੀਦਿਆ ਨਹੀਂ ਜਾ ਸਕਦਾ। ਉਹਦੀ ਬਖਸ਼ਿਸ਼ ਦਾ ਮੁੱਲ ਜਿਹੜਾ, ਉਹਦੀ ਬਖਸ਼ਿਸ਼ ਦਾ ਮੁੱਲ ਵੀ ਨਹੀਂ ਪਾਇਆ ਜਾ ਸਕਦਾ। ਜੇ ਉਹਦੀ ਬਖਸ਼ਿਸ਼ ਦਾ ਮੁੱਲ ਪਾਇਆ ਜਾ ਸਕਦਾ ਹੋਵੇ ਫਿਰ ਤਾਂ ਜਿਹਨੂੰ ਮਿਲਣੀ ਆ ਉਹਨੂੰ ਬਖਸ਼ਿਸ਼ ਕਦੇ ਮਿਲ ਹੀ ਨਹੀਂ ਸਕਦੀ, ਕਿਉਂਕਿ ਮੁੱਲ ਦਿਓ ਤੇ ਬਖਸ਼ਿਸ਼ ਲਓ ਤੇ ਘਰ ਨੂੰ ਜਾਓ। ਉਹਦੀ ਬਖਸ਼ਿਸ਼ ਦਾ ਕੋਈ ਮੁੱਲ ਨਹੀਂ ਹੈ, ਨਾ ਹੀ ਕੋਈ ਉਹਦਾ ਮੁੱਲ ਦੇ ਸਕਦਾ ਹੈ। ਅਮੁੱਲ ਨਿਸ਼ਾਨ ਜਿਹੜਾ ਉਹਦੀ ਬਖਸ਼ਿਸ਼ ਦਾ ਨਿਸ਼ਾਨ ਹੈ, ਜਿਹੜੀਆਂ ਉਹ ਦਾਤਾਂ ਦੇ ਰਿਹਾ ਹੈ। ਤੁਸੀਂ ਜਪਜੀ ਸਾਹਿਬ ਵਿੱਚ ਆਪਾਂ ਆਰੰਭ ਵਿੱਚ ਪੜ੍ਹਿਆ ਹੈ, ਗਾਵੇ ਕੋ ਦਾਤ ਜਾਣੈ ਨਿਸ਼ਾਨ। ਉਹਦੀ ਜਿਹੜੀਆਂ ਦਾਤਾਂ ਨੇ, ਉਹਦੀਆਂ ਦਾਤਾਂ ਦੀ ਜਿਹੜੇ ਨਿਸ਼ਾਨ ਨੇ, ਉਸ ਨਿਸ਼ਾਨ ਨੂੰ ਵੇਖ ਕੇ ਕਈ ਉਹਨੂੰ ਗਾ ਰਹੇ ਨੇ ਕਿ ਵਾਹਿਗੁਰੂ ਜੀ ਆ ਵੀ ਤੇਰੀ ਦਾਤ ਹੈ, ਇਹ ਵੀ ਤੇਰੀ ਦਾਤ ਹੈ, ਆ ਵੀ ਤੇਰੀ ਦਾਤ ਹੈ। ਉਹ ਨਿਸ਼ਾਨ ਜਿਹੜੇ ਨੇ ਨਾ, ਉਹ ਨਿਸ਼ਾਨ ਵੇਖ ਕੇ ਕਈ ਉਸ ਮਾਲਕ ਨੂੰ ਗਾ ਰਹੇ ਨੇ। ਜਿਹੜੀਆਂ ਉਹਦੀਆਂ ਬਖਸ਼ਿਸ਼ਾਂ ਨੇ, ਉਸ ਬਖਸ਼ਿਸ਼ਾਂ ਦੇ ਜਿਹੜੇ ਨਿਸ਼ਾਨ ਨੇ ਉਹ ਵੀ ਬਦਲੇ ਨਹੀਂ ਜਾ ਸਕਦੇ, ਉਹਦਾ ਵੀ ਮੁੱਲ ਜਿਹੜਾ ਉਹ ਨਹੀਂ ਦਿੱਤਾ ਜਾ ਸਕਦਾ। ਕਿਉਂਕਿ ਜੇ ਨਿਸ਼ਾਨ ਦਾ ਮੁੱਲ ਪੈ ਗਿਆ ਫਿਰ ਤੇ ਨਿਸ਼ਾਨ ਵੀ ਬਦਲ ਜਾਣਗੇ, ਫਿਰ ਨਿਸ਼ਾਨ ਜਿਹੜੇ ਆ ਉਹ ਵੀ ਬਦਲ ਜਾਣਗੇ, ਪਰ ਨਹੀਂ, ਉਹ ਨਿਸ਼ਾਨ ਬਦਲਿਆ ਨਹੀਂ ਜਾ ਸਕਦਾ। ਕਈ ਅੱਜ ਐਸੇ ਬਹਿਰੂਪੀਏ ਜਿਹੜੇ ਨੇ ਨਾ, ਕਿਉਂਕਿ ਬਹਿਰੂਪੀਏ ਦਾ ਕੰਮ ਹੁੰਦਾ ਹੈ ਸ਼ਰਾਰਤ ਕਰਨੀ, ਰੰਗ ਦੇ ਵਿੱਚ ਭੰਗ ਪਾਉਣਾ। ਬਹਿਰੂਪੀਏ ਦਾ ਕੰਮ ਹੁੰਦਾ ਵੀ ਆਪ ਰਸ ਨਾ ਲੈਣਾ ਤੇ ਨਾ ਕਿਸੇ ਨੂੰ ਲੈਣ ਦੇਣਾ। ਬਹਿਰੂਪੀਏ ਦਾ ਕੰਮ ਹੁੰਦਾ ਵੀ ਨਾ ਬਖਸ਼ਿਸ਼ ਲੈਣੀ ਤੇ ਨਾ ਲੈਣ ਦੇਣੀ। ਬਹਿਰੂਪੀਏ ਦਾ ਕੰਮ ਹੁੰਦਾ ਵੀ ਜਿਹੜੇ ਜੁੜੇ ਹੋਏ ਆ ਉਹਨਾਂ ਨੂੰ ਕਿਵੇਂ ਖੰਡਾਉਣਾ ਹੈ, ਕਿਵੇਂ ਉਹਨਾਂ ਨੂੰ ਤੋੜਨਾ ਹੈ, ਕਿਵੇਂ ਉਹਨਾਂ ਨੂੰ ਰਸ ਵਿੱਚ ਬੇਰਸ ਕਰਨਾ। ਬਹਿਰੂਪੀਏ ਦਾ ਕੰਮ ਇਹ ਹੁੰਦਾ ਹੈ। ਕਈ ਐਸੇ ਬਹਿਰੂਪੀਏ ਨੇ
जिन्हां ने आ साडे ककारां नूं खिलवाड़ी समझिया होया। उन्हां दे विच सिੱਖੀ ਸਰੂਪ वाला कोई गुण नहीं हुंदा, कोई गुरु नाल प्यार नहीं उन्हां दा हुंदा, पर वो बहरूपीए साडे वर्गा रूप बना के साडे विच ही आ जांदे आ और आके वो सानू ही जिहड़ा है वो साडा रस नूं बेरस करन दा यतन करदे आ। पर जे कहिए भी वो गुरु दी बख्शिश वाले ने ते उन्हां नूं गुरु दी बख्शिश नहीं वाला नहीं समझिया जा सकदा, क्योंकि वो खरीदे होए ने। ते जिहड़ा खरीदिया गया उहदे उत्ते मालिक दी बख्शिश कदे नहीं हुंदी। वो ये निशान जिहड़े आ इहनूं वरत तां सकदे ने, पर ये निशानां विच जिहड़ी बख्शिश है वो बख्शिश नहीं लै सकदे। वो श्री साहिब तां पा लैणगे लैके, पर जिहड़ी श्री साहिब चों बख्शिशां वरतदियां ने वो गुरु तो बिना किवें लै लैणगे। गुरु साहिब महाराज जी कहंदे आ कि उस मालिक दी बख्शिश भी अमुੱਲ है और उस बख्शिश दे जिहड़ा निशान है वो भी अमुੱਲ है। अमुੱਲ कर्म, इत्थे कर्म दे मां नूं औंकड़ है, इहदा अर्थ भी बख्शिश है। कदर, किरपा, दया, रहमत, ओदी जिहड़ी रहमत है ना, ओदी रहमत दा भी कोई मुੱਲ नहीं है। पिछले दिनी शायद कल जिक्र कीता सी कि असीं तिल फुल पिटावां शुकराने विच लैके आ रहे हां। असीं तिल फुल पिटावां गुरु नूं खरीदण वास्ते नहीं लिया रहे, ते ना ही आपां ये बाहर दे धन पदार्थां नाल गुरु साहिब नूं खरीद सकदे हां। ते जे इन्हां धन पदार्थां नाल खरीदना हुंदा ते गुरु अर्जन देव जी नूं खरीद लैंदे। जे इन्हां धन पदार्थ हीरे मोती चांदी सोने दे नाल गुरु नूं खरीदना हुंदा ना, ते फिर तां गुरु तेग बहादुर साहिब खरीद लैंदे, फिर गुरु गोबिंद सिंह कलगीधर पातशाह जी नूं खरीद लैंदे। पर यह सोना चांदी हीरे मोती नाल गुरु नहीं खरीदिया जाता, क्योंकि मुੱਲ ही नहीं है। जिहदा मुੱਲ ही नहीं तो उन्होंने खरीदोगे किवें, जिहदा मुੱਲ दा अंदाजा ही नहीं लाया जा सकता। इसलिए सतगुरु महाराज कहंदे ओदी जिहड़ी रहमत है ना, ओदी रहमत नूं भी खरीदिया नहीं जा सकता। नहीं तो फिर जिहदे कोल 4 पैसे ने वो 4 पैसे अगे रख के रहमत ले लवे, उन्होंने नितनेम की लोड़ ही नहीं, उन्होंने संगत की लोड़ ही नहीं, उन्होंने बाणी बाणी की जरूरत ही नहीं। 4 पैसे रखे तो रहमत ले जावे, पर रहमतां एवें नहीं मिलदियां मालिक दियां। जिहड़ी बख्शिश नाम दी मिलनी है वो भी ये नहीं कि मेरे कोल 4 पैसे वध ने ते मैं मालिक जी नूं कहां भी आ 4 पैसे मेरे तो वध ले लो ते मैनूं नाम दे दिओ। साहिब कहंदे इवें नहीं मिलना। कंचन स्यों पाई है नहीं तोल, मन दे राम लिया है मोल। इत्थे मन दे वट्टे मिलना है, ये धन दे बाहर दे पदार्थां दे वट्टे, सोना चांदी दे वट्टे नाम नहीं मिलना। इसलिए ओदी जिहड़ी कर्म दा अर्थ है, ओदी जिहड़ी रहमत है, वो रहमत भी अमुੱਲ है, जिहदा मुੱਲ नहीं दिता जा सकता। अमुੱਲ फुरमान, ओदा जिहड़ा फुरमान है, ओदा जिहड़ा हुक्म है, वो हुक्म भी खरीदिया नहीं जा सकता। ओदे हुक्म नूं भी असीं खरीद नहीं सकते। जिहड़े इस धरती ते हुक्मरान ने, बड़ियां दे हुक्मरानां दे हुक्म खरीद लए, और जिन्हां दे खरीदे वो अगों हुक्म करन जोगे नहीं रहे, क्योंकि जिहड़ा वेखी गया वो हुक्म की करेगा। परमेश्वर दा हुक्म जिहड़ा है वो खरीदिया नहीं जा सकता, उहदा मुੱਲ नहीं दिता जा सकता। ते परमेश्वर दा हुक्म सानू किदां मिलदा है? गुरु साहिब दे राही। आ जिहड़ा रोज हुक्म सुणदे हो, ये गुरु ते परमेश्वर इक्को ही रूप है। जिहड़ी रब्बी बाणी है, ये रब्बी बाणी किहदी है? खसम दी बाणी है, धुरकी बाणी है। ते जिहड़ी ये धुरकी बाणी यही ते उहदा हुक्म है। ते जिहड़ा हुक्म गुरु ग्रंथ साहिब चों आउंदा है, उहनूं भी आपां खरीद नहीं सकदे, उहदा भी मुੱਲ नहीं दिता जा सकदा, उहनूं भी जिहड़ा है वो खरीदिया नहीं जा सकदा। इसलिए उहदी रहमत भी अमुੱਲ है और उहदा फरमान, उहदा हुक्म भी अमुੱਲ है, मुੱਲ तो रहत है। अमुੱਲ अमुੱਲ आख्या ना जाए, आख आख रहे लिव लाए।
ਸਾਹਿਬ ਜੀ ਕਹਿੰਦੇ ਹੁਣ ਤੱਕ ਜਿਹੜੀ ਵਿਚਾਰ ਹੈ ਨਾ, ਜੋ ਪਰਮੇਸ਼ਵਰ ਦਾ ਨਿਯਮ ਹੈ, ਜੋ ਪਰਮੇਸ਼ਵਰ ਦੀ ਕਚਹਿਰੀ ਹੈ, ਜੋ ਪਰਮੇਸ਼ਵਰ ਦਾ ਤੋਲਣ ਵਾਲਾ ਜਿਹੜਾ ਪੈਮਾਨਾ ਹੈ, ਔਰ ਜੋ ਪਰਮੇਸ਼ਵਰ ਦੀ ਰਹਿਮਤ ਹੈ, ਉਹਦੀ ਬਖਸ਼ਿਸ਼ ਹੈ, ਉਹਦਾ ਹੁਕਮ ਹੈ, ਉਹਦਾ ਮੁੱਲ ਨਹੀਂ ਦੱਸਿਆ ਜਾ ਸਕਦਾ। ਔਰ ਜਿਹੜੇ ਵਪਾਰ ਕਰਨ ਵਾਲੇ ਵਪਾਰੀਏ ਨੇ, ਉਹਨਾਂ ਦਾ ਵੀ ਮੁੱਲ ਨਹੀਂ ਦੱਸਿਆ ਜਾ ਸਕਦਾ। ਇੱਥੇ ਆ ਕੇ ਕਹਿੰਦੇ ਅਮੁੱਲੋ ਅਮੁੱਲ, ਅਮੁੱਲੋ ਉਹ ਕਿੰਨਾ ਅਮੁੱਲਕ ਹੈ। ਅਮੁੱਲ ਆਖਿਆ ਨਾ ਜਾਏ, ਉਹਦਾ ਮੁੱਲ ਆਖਿਆ ਹੀ ਨਹੀਂ ਜਾ ਸਕਦਾ। ਉਹ ਇੰਨਾ ਕੀਮਤੀ ਹੈ ਕਿ ਉਹਦੀ ਕੀਮਤ ਦਾ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ਉਹਦੀ ਕੀਮਤ ਦਾ ਅੰਦਾਜ਼ਾ ਦੇਣਾ ਤੇ ਬੜੀ ਦੂਰ ਦੀ ਗੱਲ ਹੈ, ਉਹ ਅੰਦਾਜ਼ਾ ਵੀ ਨਹੀਂ, ਸਾਡੇ ਸੋਚ ਮੰਡਲ ਦੇ ਵਿੱਚ ਉਹ ਖਿਆਲ ਆ ਹੀ ਨਹੀਂ ਸਕਦਾ ਜਿਹਦੇ ਵਿੱਚ ਅੰਦਾਜ਼ਾ ਲਾ ਕੇ ਦੱਸ ਸਕੀਏ ਵੀ ਇੰਨਾ ਮੁੱਲ ਹੈ। ਨਹੀਂ, ਸਭ ਕਹਿੰਦੇ ਉਹ ਜਿਹੜਾ ਅਮੁੱਲਕ ਹੈ ਨਾ, ਉਹਦਾ ਅਮੁੱਲ ਆਖਿਆ ਨਾ ਜਾਏ। ਉਹ ਆਖਿਆ ਵੀ, ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਹਾਂ, ਕਈਆਂ ਨੇ ਕੋਸ਼ਿਸ਼ ਕੀਤੀ, ਕਈ ਆਪਣੀ ਅਕਲ ਦੇ ਘੋੜੇ ਜਿਹੜੇ ਆ ਉਹ ਦੌੜਾ ਕੇ ਆਪਣੀ ਸਿਆਣਪ ਨਾਲ ਕੋਸ਼ਿਸ਼ ਕਰਨ ਲੱਗੇ। ਆਖ ਆਖ ਰਹੇ ਲਿਵ ਲਾਏ, ਉਹ ਧਿਆਨ ਲਾ ਕੇ, ਲਿਵ ਦਾ ਅਰਥ ਧਿਆਨ ਲਾ ਕੇ ਉਹ ਦੱਸਣ ਦਾ ਯਤਨ ਕਰਦੇ ਰਹੇ ਦੁਨੀਆ ਨੂੰ, ਪਰ ਆਖ ਆਖ ਰਹਿ ਗਏ, ਦੁਨੀਆ ਤੋਂ ਮੁੱਕ ਗਏ। ਉਹ ਆਖਣ ਵਾਲੇ ਵੀ ਆਖ ਕੇ ਦੁਨੀਆ ਤੋਂ ਚਲੇ ਗਏ, ਪਰ ਉਸ ਮਾਲਕ ਦੇ ਸ਼ੁਭ ਗੁਣਾਂ ਦਾ, ਉਹਦੀਆਂ ਬਖਸ਼ਿਸ਼ਾਂ ਦਾ, ਉਹਦੀਆਂ ਰਹਿਮਤਾਂ ਦਾ ਕੋਈ ਮੁੱਲ ਜਿਹੜਾ ਉਹ ਅੱਜ ਤੱਕ ਦੱਸ ਨਹੀਂ ਸਕਿਆ। ਤੇ ਜਿੱਥੇ ਕਹਿੰਦੇ ਨੇ ਉਹਦੇ ਗੁਣ ਦੀ ਕਦਰ ਨਾ ਹੋਵੇ, ਉੱਥੇ ਅਕਸਰ ਮੂਰਖ ਲੋਕ ਉਹਦਾ ਮੁੱਲ ਲਾਉਣ ਦਾ ਯਤਨ ਕਰਦੇ ਆ। ਤੇ ਕਬੀਰ ਜੀ ਕਹਿੰਦੇ ਮੈਂ ਉਹ ਰਾਹ ਹੀ ਨਹੀਂ ਜਾਂਦਾ ਜਿੱਥੇ ਉਹ ਕੋਈ ਖਰੀਦਾਰ ਰੱਬ ਨੂੰ ਵੀ ਖਰੀਦਣ ਵਾਸਤੇ ਤਿਆਰ ਹੋ ਜਾਏ। ਉਸ ਰਾਹ ਮੈਂ ਜਾਂਦਾ ਹੀ ਨਹੀਂ, ਕਿਉਂਕਿ ਉੱਥੇ ਕਦਰ ਨਹੀਂ, ਬੇਕਦਰੀ ਹੋਏਗੀ। ਜਿਹੜਾ ਖਰੀਦਿਆ ਗਿਆ ਕਿ ਉਹਦੀ ਕਦਰ ਹੋਏਗੀ, ਜਿਹੜਾ ਖਰੀਦਿਆ ਗਿਆ ਉਹਦੀ ਤੇ ਬੇਕਦਰੀ ਹੋਣੀ ਹੈ। ਰਾਮ ਪਦਾਰਥ ਪਾਏ ਕੈ ਕਬੀਰਾ, ਗਾਂਠ ਨਾ ਖੋਲ, ਗੰਢ ਨਾ ਖੋਲ, ਕਿਉਂਕਿ ਇੱਥੇ ਬੇਕਦਰੀ ਵਾਲੇ ਨੇ, ਕਦਰ ਵਾਲੇ ਨਹੀਂ, ਕਦਰਦਾਨ ਨਹੀਂ। ਉਹ ਜਿਹੜੇ ਬੇਕਦਰੀ ਵਾਲੇ ਨੇ ਆਖ ਆਖ ਰਹੇ ਲਿਵ ਲਾਏ, ਥੱਕ ਗਏ ਆਖ ਕੇ, ਆਪਣਾ ਅੰਦਾਜ਼ਾ ਲਾ ਕੇ ਥੱਕ ਗਏ, ਪਰ ਅਸਲ ਅੰਦਾਜ਼ਾ ਜਿਹੜਾ ਸੀ ਉਹ ਕੋਈ ਨਹੀਂ ਲਾ ਸਕਿਆ, ਸਦਾ ਲਈ ਚੁੱਪ ਹੋ ਗਏ। ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰਹਿ ਵਖਿਆਣ। ਕਈ ਜਿਹੜੇ ਨੇ ਕਹਿੰਦੇ ਆਖ ਰਹੇ ਨੇ, ਵੇਦ ਦਾ, ਪੁਰਾਣ ਦਾ, ਪਾਠ ਦਾ ਆਸਰਾ ਲੈ ਕੇ ਕਈ ਆਖ ਰਹੇ ਨੇ ਉਹਨੂੰ, ਕਈ ਉਹਦੇ ਗੁਣ ਗਾ ਰਹੇ ਨੇ। ਕਈ ਜਿਹੜੇ ਪੜ੍ਹੇ ਹੋਏ, ਜੋ ਉਹਨਾਂ ਨੇ ਪੜ੍ਹਿਆ ਹੈ, ਆਖੇ ਪੜ੍ਹੇ ਦਾ ਅਰਥ ਹੈ ਪੜ੍ਹੇ ਹੋਏ, ਵਿਦਵਾਨ ਜਿਨ੍ਹਾਂ ਨੂੰ ਕਹਿੰਦੇ ਆ। ਪੜ੍ਹੇ ਹੋਏ ਜਿਹੜੇ ਨੇ ਕਰਹਿ ਵਖਿਆਨ, ਉਹ ਜੋ ਉਹਨਾਂ ਨੇ ਪੜ੍ਹਿਆ ਹੈ ਉਹਦਾ ਵਖਿਆਨ ਜਿਹੜਾ ਕਈ ਕਰ ਰਹੇ ਹਨ। ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ। ਕਈ ਇਸ ਧਰਤੀ ਤੇ ਕਹਿੰਦੇ ਬਰਮੇ ਜਿਹੜੇ ਨੇ ਆਏ ਨੇ, ਕਈ ਇੰਦ ਵਰਗੇ ਆਏ ਨੇ। ਆਪਾਂ ਤੇ ਸੋਚਦੇ ਹਾਂ ਵੀ ਇੱਕ ਵਿਸ਼ਨੂੰ, ਇੱਕ ਬ੍ਰਹਮਾ, ਇੱਕ ਮਹੇਸ਼, ਇੱਕ ਇੰਦਰ, ਪਰ ਮਹਾਰਾਜ ਕਹਿੰਦੇ ਇੱਕ ਥੋੜੀ ਹੈ, ਇੱਥੇ ਪਤਾ ਨਹੀਂ ਕਿੰਨੇ ਆਏ ਕਿੰਨੇ ਚਲੇ ਗਏ। ਸਾਰੇ ਹੀ ਉਸ ਮਾਲਕ ਦੇ ਬਾਰੇ ਆਖਦੇ ਰਹੇ। ਆਖੈ ਬਰਮੈ ਆਖੈ ਇੰਦ, ਆਖੈ ਗੋਪੀ ਤੈ ਗੋਵਿੰਦ। ਕਹਿੰਦੇ ਜਿਹੜੇ ਗੋਪੀਆਂ, ਜਿਹੜੀਆਂ ਅੱਗੋਂ ਉਹਨਾਂ ਦੀਆਂ ਦਾਸੀਆਂ ਸਨ, ਔਰ ਜਿਹੜਾ ਕਹਿ ਲਓ ਕਿ ਕ੍ਰਿਸ਼ਨ ਦੇ ਰੂਪ ਵਿੱਚ, ਉਹ ਵੀ ਆਖ ਕੇ ਸੰਸਾਰ ਦੇ ਵਿੱਚੋਂ ਦੀ ਚਲੇ ਗਏ। ਆਖੈ ਈਸ਼ਰ ਆਖੈ ਸਿੱਧ, ਆਖੈ ਕੀਤੇ ਬੁੱਧ। ਹੁਣ ਜਿਨ੍ਹਾਂ ਦਾ ਜ਼ਿਕਰ ਮਹਾਰਾਜ ਨੇ ਕੀਤਾ, ਆਖ ਰਹੇ ਲਿਵ ਲਾਏ, ਉਹਨਾਂ ਵਿੱਚੋਂ ਕੌਣ ਨੇ? ਉਹਨਾਂ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਕਰਦੇ ਆ। ਉਹਨਾਂ ਵਿੱਚੋਂ ਆਖੈ ਈਸ਼ਰ ਆਖੈ ਸਿੱਧ। ਕਈ ਜਿਹੜੇ ਨੇ ਉਹ ਕਹਿੰਦੇ ਨੇ ਈਸ਼ਰ ਦਾ ਅਰਥ ਜਿਨ੍ਹਾਂ ਨੂੰ ਅਸੀਂ ਸ਼ਿਵ ਆਖਦੇ ਹਾਂ, ਜਿਨ੍ਹਾਂ ਨੂੰ ਅਸੀਂ ਮਹੇਸ਼ ਆਖਦੇ ਹਾਂ, ਕਹਿੰਦੇ ਉਹ ਵੀ ਆਖਦੇ ਰਹੇ।
ਕਈ ਸਿੱਧ ਜਿਹੜੇ ਨੇ ਯੋਗ ਸਾਧਨਾਵਾਂ ਵਿੱਚ ਸਫਲ ਹੋ ਗਏ, ਜਿਨ੍ਹਾਂ ਨੇ ਆਪਣੇ ਆਪ ਨੂੰ ਸਿੱਧ ਅਖਾਇਆ, ਉਹ ਵੀ ਆਖਦੇ ਰਹੇ ਨੇ। ਆਖੈ ਕੇਤੇ ਕੀਤੇ ਬੁੱਧ, ਜਿਨ੍ਹਾਂ ਨੂੰ ਜਿੰਨੀ ਬੁੱਧ ਮਾਲਕ ਨੇ ਦਿੱਤੀ ਉਹ ਵੀ ਆਖਦੇ ਰਹੇ। ਕਈਆਂ ਨੇ ਇਹਦੇ ਅਰਥ ਕੀਤੇ ਨੇ ਮਹਾਤਮਾ ਬੁੱਧ ਵਰਗੇ। ਕਹਿੰਦੇ ਕਈ ਜਿਹੜੇ ਨੇ ਮਹਾਤਮਾ ਬੁੱਧ ਵਰਗੇ ਆਖ ਕੇ ਦੁਨੀਆ ਤੋਂ ਚਲੇ ਗਏ, ਪਰ ਇਹਦੇ ਅਰਥ ਜਿਹੜੇ ਨੇ ਕੀਤੇ ਬੁੱਧ, ਜਿਹਨੂੰ ਜਿੰਨੀ ਬੁੱਧ ਮਾਲਕ ਨੇ ਦਿੱਤੀ ਉਹ ਉਸ ਬੁੱਧ ਅਨੁਸਾਰ ਕੀਤੇ। ਇੱਕ ਦੋ ਦੀ ਗੱਲ ਨਹੀਂ ਹੋ ਰਹੀ, ਕਈਆਂ ਦੀ ਗੱਲ ਹੋ ਰਹੀ ਹੈ। ਕਿੰਨੇ ਹੀ ਐਸੇ ਨੇ ਜਿੰਨੀ ਕੋ ਬੁੱਧ ਮਾਲਕ ਨੇ ਦਿੱਤੀ, ਉਸ ਆਪਣੀ ਬੁੱਧ ਦੇ ਅਨੁਸਾਰ, ਮਤ ਅਕਲ ਦੇ ਅਨੁਸਾਰ ਆਖ ਰਹੇ, ਲਿਵ ਲਾਏ, ਭਾਵ ਧਿਆਨ ਲਾ ਕੇ ਆਖ ਕੇ ਰਹਿ ਗਏ, ਪਰ ਉਹਦਾ ਮੁੱਲ ਜਿਹੜਾ ਸੀ ਕੋਈ ਬਿਆਨ ਨਾ ਕਰ ਸਕਿਆ। ਆਖੈ ਦਾਨਵ ਆਖੈ ਦੇਵ, ਆਖੈ ਸੁਰ ਨਰ ਮਨ ਜਨ ਸੇਵ। ਇੱਕ ਗੱਲ ਤੇ ਆਪਾਂ ਜਾਣਦੇ ਹਾਂ ਵੀ ਪਰਮੇਸ਼ਵਰ ਨੂੰ ਸਾਰੇ ਹੀ ਧਿਆਉਂਦੇ ਨੇ। ਜਿਹੜੇ ਮਾੜੇ ਨੇ ਧਿਆਉਂਦੇ ਤੇ ਉਹ ਵੀ ਨੇ, ਚੰਗਿਆਂ ਨੇ ਤੇ ਧਿਆਉਣਾ ਹੀ ਧਿਆਉਣਾ ਹੈ, ਪਰ ਜਿਹੜੇ ਮਾੜੇ ਕਰਮ ਕਰਨ ਵਾਲੇ ਉਹ ਵੀ ਜਦੋਂ ਕੋਈ ਕਰਮ ਕਰਦੇ ਆ ਤੇ ਉਹ ਵੀ ਕਹਿੰਦੇ ਨੇ ਰੱਬ ਜੀ ਸਾਡੀ ਮਦਦ ਕਰਿਓ। ਉਹ ਵੀ ਹੇਰਾ ਫੇਰੀ ਕਰਨ ਵਾਲੇ, ਠੱਗੀਆਂ ਕਰਨ ਵਾਲੇ, ਚੋਰੀਆਂ ਕਰਨ ਵਾਲੇ, ਬੁਰੇ ਕਰਮ ਕਰਨ ਵਾਲੇ, ਉਹ ਵੀ ਕਹਿੰਦੇ ਆ ਵੀ ਸਾਡੀ ਬੁਰਾਈ 'ਚ ਸਾਥ ਦਿਓ। ਇਸ ਲਈ ਕਹਿ ਰਹੇ ਨੇ ਕਿ ਦਾਨਵ ਜਿਨ੍ਹਾਂ ਵਿੱਚ ਦੈਵੀ ਗੁਣ ਨਹੀਂ ਹੁੰਦੇ, ਦੇਵ ਜਿਨ੍ਹਾਂ ਵਿੱਚ ਦੈਵੀ ਗੁਣ ਹੁੰਦੇ ਨੇ, ਜਾਂ ਚੰਗਿਆਈ ਤੇ ਬੁਰਾਈ ਕਹਿ ਸਕਦੇ ਹਾਂ। ਕਹਿੰਦੇ ਆਖੈ ਦਾਨਵ ਆਖੈ ਦੇਵ, ਚੰਗਿਆਈ ਵਾਲੇ ਵੀ ਉਹਨੂੰ ਆਖ ਰਹੇ ਤੇ ਬੁਰਾਈ ਵਾਲੇ ਵੀ ਉਹਨੂੰ ਆਖ ਰਹੇ ਨੇ। ਆਖੈ ਸੁਰ ਨਰ ਮਨ ਜਨ ਸੇਵਾ, ਸਭ ਜੀ ਕਹਿੰਦੇ ਨੇ ਜਿਹੜੇ ਆਪਣੇ ਆਪ ਨੂੰ ਦੈਵੀ ਗੁਣਾਂ ਵਾਲੇ ਅਖਾਉਣ ਵਾਲੇ ਨੇ। ਸੁਰ ਨਰ ਇਕੱਠਾ, ਸੁਰ ਦਾ ਅਰਥ ਦੇਵਤਾ ਹੁੰਦਾ ਹੈ, ਸੁਰ ਨਰ ਦਾ ਅਰਥ ਹੁੰਦਾ ਦੈਵੀ ਗੁਣਾਂ ਵਾਲਾ, ਉਹ ਵੀ ਉਹਨੂੰ ਆਖ ਰਿਹਾ। ਮੁਨ ਮੁਨੀ, ਰਿਸ਼ੀ ਮੁਨੀ, ਉਹ ਵੀ ਉਹਨੂੰ ਆਖ ਰਹੇ ਨੇ। ਔਰ ਜਿੰਨੇ ਵੀ ਇਸ ਧਰਤੀ ਦੇ ਉੱਤੇ ਨੇ ਉਹ ਸਾਰੇ ਦੇ ਸਾਰੇ ਹੀ ਕੋਈ ਸੇਵਕ ਬਣ ਕੇ ਉਹਨੂੰ ਆਖ ਰਿਹਾ, ਕੋਈ ਦੈਵੀ ਗੁਣ ਲੈ ਕੇ, ਕੋਈ ਦੈਵੀ ਗੁਣਾਂ ਤੋਂ ਖਾਲੀ ਹੋ ਕੇ ਦਾਨਵ ਬਣ ਕੇ, ਇਹ ਸਾਰੇ ਦੇ ਸਾਰੇ ਹੀ ਆਖ ਰਹੇ ਨੇ, ਪਰ ਉਹਦਾ ਮੁੱਲ ਕੋਈ ਨਹੀਂ ਪਾ ਰਿਹਾ। ਕੀਤੇ ਆਖੈ ਆਖਣ ਪਾਹੇ, ਕੀਤੇ ਕਹਿ ਉਠ ਜਾਹੇ। ਮਹਾਰਾਜ ਜੀ ਕਹਿੰਦੇ ਕੀਤੇ ਆਖੈ ਆਖਣ ਪਾਹੇ, ਕੀਤੇ ਆਖੈ ਆਖ ਰਹੇ ਨੇ, ਆਖਣ ਪਾਏ, ਕਈ ਉਹਨੂੰ ਆਖਣ ਦੇ ਵਿੱਚ ਕੋਸ਼ਿਸ਼ ਕਰ ਰਹੇ ਨੇ, ਕਈ ਅਭਿਆਸ ਕਰ ਚੁੱਕੇ ਨੇ, ਕਈ ਕਰਨ ਵਾਲੇ ਨੇ। ਆਖਣ ਪਾਹੇ ਦਾ ਅਰਥ ਕਈ ਕੋਸ਼ਿਸ਼ ਵਿੱਚ ਲੱਗੇ ਹੋਏ ਨੇ, ਸਾਰੇ ਹੀ ਲੱਗੇ ਨੇ, ਪਰ ਸਭ ਕਹਿੰਦੇ ਕੀਤੇ ਕਹਿ ਉਠ ਜਾਏ। ਕਈ ਐਸੇ ਕਹਿ ਕੇ ਉਹਦੇ ਗੁਣ ਦਾ ਮੁੱਲ, ਉਹਦੀਆਂ ਬਖਸ਼ਿਸ਼ਾਂ ਰਹਿਮਤਾਂ ਦਾ ਮੁੱਲ ਦੱਸਣ ਵਾਲੇ ਉੱਠ ਜਾਏ, ਵਾਰੀ ਇਸ ਦੁਨੀਆ ਤੋਂ ਉੱਠ ਕੇ ਤੁਰ ਗਏ, ਪਰ ਉਹਦਾ ਮੁੱਲ ਕੋਈ ਨਾ ਪਾ ਸਕਿਆ। ਕੀਤੇ ਹੋਰ ਕਰੇ, ਤਾ ਆਖ ਨਾ ਸਕੈ ਕਈ ਕੇ। ਇਹਨਾਂ ਤੋਂ ਇਲਾਵਾ ਹੋਰ ਕਿੰਨੇ ਨੇ? ਮਹਾਰਾਜ ਜੀ ਕਹਿੰਦੇ ਇਹਨਾਂ ਤੋਂ ਇਲਾਵਾ ਏਤੇ ਕੀਤੇ, ਇਹ ਜਿੰਨੇ ਵੀ ਕੀਤੇ ਨੇ ਨਾ, ਹੋਰ ਕਰੈ, ਹੋਰ ਇਹਦੇ ਨਾਲੋਂ ਕਈ ਗੁਣਾ ਹੋਰ ਪੈਦਾ ਹੋ ਜਾਣ, ਭਾਵੇਂ ਉਹ ਈਸ਼ਰ ਦੇ ਰੂਪ ਵਿੱਚ, ਭਾਵੇਂ ਇੰਦ ਦੇ ਰੂਪ ਵਿੱਚ, ਭਾਵੇਂ ਗੋਪੀਆਂ ਦੇ, ਭਾਵੇਂ ਦਾਨਵ ਦੇਵ ਸੁਰ ਨਰ ਮਨ ਜਨ ਸੇਵ ਦੇ ਰੂਪ ਵਿੱਚ, ਹੋਰ ਕਿੰਨੇ ਹੋਰ ਇਸ ਧਰਤੀ ਤੇ ਆ ਜਾਣ, ਪਰ ਸੱਚ ਤਾਂ ਇਹੀ ਹੈ ਕਿ ਤਾ ਆਖ ਨਾ ਸਕੈ ਕਈ ਕੇ। ਕੋਈ ਵੀ ਉਸ ਪਰਮੇਸ਼ਵਰ ਦੀਆਂ ਬਖਸ਼ਿਸ਼ਾਂ ਦਾ ਮੁੱਲ ਨਹੀਂ ਦੱਸ ਸਕਦਾ। ਜੇ ਵੱਡ ਭਾਵੈ ਤੇ ਵੱਡ ਹੋਏ, ਨਾਨਕ ਜਾਣੈ ਸਾਚਾ ਸੋਏ। ਜਿਵੇਂ ਉਸ ਮਾਲਕ ਨੂੰ ਭਾਉਂਦਾ ਹੈ, ਉਹ ਇਸ ਕੁਦਰਤ ਦਾ ਪਸਾਰਾ ਕਰਦਾ ਹੈ। ਜਿਵੇਂ ਉਹਨੂੰ ਭਾਉਂਦਾ ਹੈ, ਉਹ ਕੁਦਰਤ ਨੂੰ ਸਮੇਟ ਲੈਂਦਾ ਹੈ। ਭਾਵ ਉਹ ਕੁਦਰਤ ਦੇ ਰੂਪ ਵਿੱਚ ਜਿੰਨਾ ਮਰਜ਼ੀ ਆਪਣਾ ਆਕਾਰ ਵਧਾ ਵੀ ਸਕਦਾ ਹੈ, ਘਟਾ ਵੀ ਸਕਦਾ ਹੈ। ਜੇਵੜ ਭਾਵੈ ਤੇਵੜ ਹੋਏ, ਕੁਦਰਤ ਦੇ ਰੂਪ ਵਿੱਚ। ਪਰ ਨਾਨਕ ਜੀ ਕਹਿੰਦੇ, ਨਾਨਕ ਜਾਣੈ ਸਾਚਾ ਸੋਏ। ਉਹ ਆਪਣੀ ਬਖਸ਼ਿਸ਼ਾਂ ਰਹਿਮਤਾਂ ਬਾਰੇ
ਉਹ ਸੱਚਾ ਆਪ ਹੀ ਅਕਾਲ ਪੁਰਖ ਵਾਹਿਗੁਰੂ ਜਾਣਦਾ ਹੈ। ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਹਾਂ, ਜੇ ਕੋਈ ਆਪਣੀ ਮਤ ਅਕਲ ਸਿਆਣਪ ਚਤਰਾਈ ਚਲਾਕੀਆਂ ਦੇ ਨਾਲ ਉਸ ਮਾਲਕ ਦੀਆਂ ਬਖਸ਼ਿਸ਼ਾਂ, ਉਹਦੇ ਗੁਣ, ਉਹਦੀਆਂ ਰਹਿਮਤਾਂ ਦਾ ਕੋਈ ਮੁੱਲ ਆਖਣ ਦਾ ਯਤਨ ਕਰੇਗਾ ਤਾਂ ਬੋਲ ਵਿਗਾੜ, ਉਹ ਵਿਗੜੇ ਹੋਏ ਬੋਲਾਂ ਵਿੱਚ ਹੀ ਬੋਲੇਗਾ। ਤੇ ਜਿਹੜਾ ਬੋਲ ਵਿਗਾੜ ਕੇ ਬੋਲੇਗਾ ਉਹ ਫਿਰ ਗਾਵਾਰ, ਉਹ ਮੂਰਖਾਂ ਦਾ ਵੀ ਮੂਰਖ ਹੋਏਗਾ, ਜਿਹਨੂੰ ਆਪਾਂ ਮਹਾਮੂਰਖ ਕਹਿੰਦੇ ਆ, ਕਿਉਂਕਿ ਉਹਦਾ ਮੁੱਲ ਪਾਇਆ ਹੀ ਨਹੀਂ ਜਾ ਸਕਦਾ, ਉਹਦਾ ਮੁੱਲ ਦਿੱਤਾ ਹੀ ਨਹੀਂ ਜਾ ਸਕਦਾ, ਆਖਿਆ ਵੀ ਨਹੀਂ ਜਾ ਸਕਦਾ, ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਤੇ ਜੇ ਕੋਈ ਬੋਲੇਗਾ ਤੇ ਚੰਗੇ ਬੋਲ ਨਹੀਂ, ਉਹ ਫਿਰ ਬੋਲ ਵਿਗਾੜ ਕੇ ਹੀ ਬੋਲੇਗਾ, ਜਿਹਨੂੰ ਸਿੱਧੇ ਲਫ਼ਜ਼ਾਂ 'ਚ ਕਹਿੰਦੇ ਆ ਵੀ ਬੰਦਾ ਜਿਹੜਾ ਬੋਲਦਾ ਨਾ ਇਹ ਚੰਗਾ ਨਹੀਂ ਬੋਲਦਾ, ਇਹ ਬਕਵਾਸ ਕਰਦਾ ਹੈ। ਬਸ ਇਹਦੇ ਅਰਥ ਵੀ ਇਹੀ ਨੇ ਕਿ ਜਿਹੜਾ ਬੋਲੇਗਾ ਬਸ ਫਜ਼ੂਲ ਹੀ ਬੋਲੇਗਾ। ਕਿਉਂ? ਕਿਉਂਕਿ ਉਹ ਮੂਰਖਾਂ ਸਿਰ ਮੂਰਖ, ਮਹਾਮੂਰਖ ਹੀ ਲਿਖਿਆ ਜਾਏਗਾ, ਕਿਉਂਕਿ ਇਹਨੇ ਮਹਾਮੂਰਖ ਨੇ ਆਪਣੀ ਮਤ ਸਿਆਣਪ ਨਾਲ ਆਖਿਆ, ਇਹ ਬਿਲਕੁਲ ਗਲਤ ਹੋਵੇਗਾ। ਇਸ ਲਈ ਗੁਰੂ ਨਾਨਕ ਸਾਹਿਬ ਨੇ 26ਵੀਂ ਪੌੜੀ ਦੇ ਅੰਦਰ ਇਹ ਕਿਰਪਾ ਕੀਤੀ ਕਿ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ। ਉਹ ਫਿਰ ਮੂਰਖਾਂ ਦੇ ਸਿਰ ਉੱਤੇ ਮਹਾਮੂਰਖ ਲਿਖਿਆ ਜਾਏਗਾ, ਕਿਉਂਕਿ ਇਹਨੂੰ ਪਤਾ ਕੱਖ ਨਹੀਂ ਸੀ, ਐਵੇਂ ਹੀ ਬਸ ਬੋਲਦਾ ਰਿਹਾ। ਇਸ ਲਈ ਉਹ ਮੂਰਖਾਂ ਦਾ ਮੂਰਖ ਹੈ। ਅਸੀਂ ਮੂਰਖ ਨਹੀਂ ਬਣਨਾ, ਅਸੀਂ ਤੇ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਮੂਰਖ ਬਣ ਗਏ ਆ, ਅਸੀਂ ਮੂਰਖ ਬਣ ਕੇ ਤੁਹਾਡੇ ਕੋਲ ਆਏ ਆ, ਪਰ ਸਾਨੂੰ ਇਹ ਵੀ ਪਤਾ ਹੈ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਅਸੀਂ ਤੁਹਾਡੇ ਦਰ ਤੇ ਆਏ ਆ, ਇਹ ਅਮੋਲਕ ਨਾਮ ਦੇ ਗੁਣ ਸਾਨੂੰ ਦਿਓ। ਮਨ ਵਪਾਰੀ ਬਣ ਕੇ ਇਹ ਨਾਮ ਦਾ ਖਜ਼ਾਨਾ ਇਕੱਠਾ ਕਰੇ, ਨਾ ਅਸੀਂ ਜ਼ਮੀਰ ਕਰਕੇ ਇਨਸਾਨੀਅਤ ਕਰਕੇ ਵਿਕੀਏ ਤੇ ਨਾ ਅਸੀਂ ਨਾਮ ਦਾ ਸੌਦਾ ਜਿਹੜਾ ਇਹ ਕਰ ਸਕੀਏ। ਅਸੀਂ ਨਾਮ ਦੀਆਂ ਬਖਸ਼ਿਸ਼ਾਂ ਲੈ ਕੇ ਆਪਣਾ ਜੀਵਨ ਲੇਖੇ ਲਾਉਣ ਲਈ ਤੁਹਾਡੇ ਦਰ ਤੇ ਆਏ ਆ, ਸਾਡੇ ਤੇ ਕਿਰਪਾ ਕਰੋ। ਆਪਣਾ ਨਾਮ ਦਿਹਾਓ, ਆਪਣਾ ਨਾਮ ਦਿਹਾਓ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦਿਹਾ, ਆਪਣਾ ਨਾਮ ਦਿਹਾ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਆਪਣਾ ਨਾਮ ਦਿਹਾਓ, ਆਪਣਾ ਨਾਮ ਦਿਹਾਓ। ਗੁਰੂ ਪਾਤਸ਼ਾਹ ਕਿਰਪਾ ਕਰੋ, ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਬਖਸ਼ ਦੇਣ। ਅੱਗੇ ਤੋਂ ਮਿਹਰ ਦਾ ਹੱਥ ਰੱਖ ਕੇ ਆਪ ਵਿਚਾਰ ਕਰਵਾ ਲੈਣ। ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੀ ਬਾਣੀ ਦੇ ਧਾਰਨੀ ਬਣਾਉਣ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਜੇ ਵੱਡ ਪਾਵੈ ਤੇ ਵੱਡ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।